ਹੈਲੋ एवरीवन ਵੈਲਕਮ ਟੂ ਇਲੈਕਟ੍ਰਿਕ ਇੰਗਲਿਸ਼ आई एम ਪੀਯੂਸ਼ ਜਿੰਦਲ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅਸਿਸਟੈਂਟ ਸੁਪਰਡੈਂਟੈਂਟ ਦੀਆਂ ਜਿਹੜੀਆਂ ਵੈਕੈਂਸੀਜ਼ ਨਿਕਲੀਆਂ ਨੇ 46 ਪੋਸਟਾਂ ਨਿਕਲੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਪ੍ਰੀਵੀਅਸ ਈਅਰ ਪੇਪਰ ਹੈ ਜਿਹੜਾ ਉਹਨੂੰ ਆਪਾਂ ਡਿਸਕਸ ਕਰਾਂਗੇ। ਇਹ ਵੀਡੀਓ ਉਹ ਸਾਰੇ ਬੱਚਿਆਂ ਲਈ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ ਜਿਹੜੇ ਬੱਚੇ ਇਸ ਪੇਪਰ ਦੇ ਲਈ ਅਪਲਾਈ ਕਰ ਰਹੇ ਨੇ ਤੇ ਇਸ ਪੇਪਰ ਦੀ ਤਿਆਰੀ ਕਰ ਰਹੇ ਨੇ। ਪ੍ਰੀਵੀਅਸ ਈਅਰ ਪੇਪਰ ਦੇਖਣਾ ਕਿਉਂ ਜ਼ਰੂਰੀ ਹੈ? ਕਿਉਂਕਿ ਪੰਜਾਬ ਗੌਰਮੈਂਟ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਇਹ ਪੈਟਰਨ ਬਹੁਤ ਰੇਅਰ ਕੇਸਿਸ ਦੇ ਵਿੱਚ ਚੇਂਜ ਕਰਦੀ ਹੈ। ਜਦੋਂ ਪੈਟਰਨ ਨਹੀਂ ਚੇਂਜ ਹੁੰਦਾ ਇਹਦਾ ਮਤਲਬ ਕੀ ਹੈ ਕਿ ਜਿਵੇਂ ਕਿ ਪਿਛਲੀ ਵਾਰ ਦੇ ਕੁਐਸਚਨਸ ਆਏ ਸੀਗੇ ਉਹੇ ਜਿਹਾ ਪੈਟਰਨ ਰਹੇਗਾ, ਉਹੇ ਜਿਹੀ ਹਾਰਮੋਨੀ ਰਹੇਗੀ, ਉਹੇ ਜਿਹੀ ਸਿਮੈਟਰੀ ਰਹੇਗੀ। ਤੇ ਜਦੋਂ ਆਪਾਂ ਇਹ ਕੁਐਸਚਨਸ ਪਹਿਲਾਂ ਦੇਖੇ ਹੋਣਗੇ ਵੀ ਹਾਂ ਵੀ ਆਪਾਂ ਨੂੰ ਪਤਾ ਚੱਲ ਰਿਹਾ ਵੀ ਐਡਜੈਕਟਿਵ ਦੇ ਵਿੱਚੋਂ ਜ਼ਿਆਦਾ ਕੁਐਸਚਨਸ ਆ ਰਹੇ ਨੇ ਜਾਂ ਪ੍ਰੈਪੋਜੀਸ਼ਨ ਦੇ ਵਿੱਚੋਂ ਜ਼ਿਆਦਾ ਕੁਐਸਚਨਸ ਆ ਰਹੇ ਨੇ, ਤਾਂ ਉਸ ਤਰੀਕੇ ਦੀ ਆਪਾਂ ਤਿਆਰੀ ਕਰਾਂਗੇ ਇਸ ਪੇਪਰ ਨੂੰ ਪਾਸ ਕਰਨ ਦੇ ਲਈ। ਠੀਕ ਹੈ, ਤਾਂ ਆਪਾਂ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਿਹੜਾ ਇਹ ਐਗਜ਼ਾਮ ਹੋਇਆ ਸੀ 24 ਜੁਲਾਈ ਨੂੰ ਹੋਇਆ ਸੀ 2016 ਤੇ ਸੈਟ ਏ। ਠੀਕ ਹੈ, ਇਸ ਪੇਪਰ ਬਾਰੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਸਿਸਟੈਂਟ ਸੁਪਰਡੈਂਟੈਂਟ ਬਾਰੇ ਦੱਸ ਦਿੰਦਾ ਜੀ। ਇਹ PSSB ਬੋਰਡ ਕੰਡਕਟ ਕਰਦਾ ਤੇ ਜਿਹੜੀਆਂ ਪੋਸਟਾਂ ਬਾਰੇ ਥੋੜ੍ਹਾ ਜਿਹਾ ਦੱਸ ਦੇਣਾ। ਇਹਨੂੰ ਅਸਿਸਟੈਂਟ ਸੁਪਰਡੈਂਟੈਂਟ ਵੀ ਕਹਿੰਦੇ ਨੇ, ਠੀਕ ਹੈ, ਜਾਂ ਫਿਰ ਵੈਲਫੇਅਰ ਆਫਿਸਰ ਜਾਂ ਫਿਰ ਪ੍ਰੋਬੇਸ਼ਨਰੀ ਆਫਿਸਰ। ਜਿਹੜੀ ਐਗਜ਼ਾਮ ਡੇਟ ਹੈ ਜੀ ਉਹ ਹਜੇ ਇਹਨਾਂ ਨੇ ਨਹੀਂ ਦੱਸੀ ਕਿ ਕਦੋਂ ਹੋਏਗਾ। ਮੋਸਟ ਪ੍ਰੋਬੇਬਲੀ ਜਨਵਰੀ 2021 ਦੇ ਵਿੱਚ ਕਹਿ ਰਹੇ ਨੇ। ਐਗਜ਼ਾਮ ਜਿਹੜਾ ਭਰਨ ਦੀ ਡੇਟ ਹੈ 16 ਨਵੰਬਰ ਤੋਂ ਸਟਾਰਟ ਹੋ ਚੁੱਕੀ ਹੈ। 7 ਦਸੰਬਰ ਤੱਕ ਤੁਸੀਂ ਇਹਨੂੰ ਭਰ ਸਕਦੇ ਹੋ, ਸ਼ਾਮ ਨੂੰ 5 ਵਜੇ ਤੱਕ ਇਹ ਭਰਿਆ ਜਾਏਗਾ। ਠੀਕ ਹੈ, ਤੇ ਜਿਹੜੀ ਇਹਦੀ ਫੀਸ ਹੈ ਫੀਸ ਤੁਸੀਂ 10 ਦਸੰਬਰ ਤੱਕ ਭਰ ਸਕਦੇ ਹੋ। ਠੀਕ ਹੈ, ਬਾਕੀ ਤੁਸੀਂ ਇੱਕ ਵਾਰ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਚੈੱਕ ਕਰ ਲੈਣਾ। ਮੈਂ ਨੋਟੀਫਿਕੇਸ਼ਨ ਦਾ ਲਿੰਕ ਜਿਹੜਾ ਹੈਗਾ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗਾ। ਇਹ ਫਾਰਮ ਭਰਿਆ ਕਿੱਥੇ ਜਾਏਗਾ? PSSB ਬੋਰਡ ਦੀ ਵੈਬਸਾਈਟ 'ਤੇ ਭਰਿਆ ਜਾਏਗਾ ਤੇ ਉਹਦੀ ਵੀ ਜਿਹੜੀ ਲਿੰਕ ਹੈ ਉਹ ਵੀ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੇ। ਠੀਕ ਹੈ ਜੀ, ਤੇ ਜਿਹੜੀ ਫੀਸ ਹੈ ਜਨਰਲ ਕੈਟਾਗਰੀ ਜਿਹੜੀ UR ਅਨਰਿਜ਼ਰਵ ਕੈਟਾਗਰੀ ਹੈ ਉਹਦੇ ਲਈ 1000 ਰੁਪਏ ਫੀਸ ਹੈ। ਜਿਹੜੀ EWS ਹੈ ਉਹਦੇ ਲਈ ਜਿਹੜੀ ਫੀਸ ਹੈਗੀ 250 ਰੁਪਏ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਜੀ ਟੋਟਲ ਨੰਬਰ ਆਫ ਪੋਸਟਾਂ ਕਿੰਨੀਆਂ ਨੇ ਜੀ? 46 ਪੋਸਟਾਂ ਨੇ। ਇਹਦੇ ਵਿੱਚ ਕੁੱਲ 46 ਪੋਸਟਾਂ ਨੇ, ਜਿਹਦੇ ਵਿੱਚੋਂ ਆਪਾਂ ਗੱਲ ਕਰੀਏ ਜਨਰਲ ਦੀਆਂ ਜਿਹੜੀਆਂ ਪੋਸਟਾਂ ਨੇ 19 + 6 25 ਪੋਸਟਾਂ ਨੇ ਜੀ। ਠੀਕ ਹੈ, 19 ਪੋਸਟਾਂ ਦੇ ਵਿੱਚ ਹਰ ਕੋਈ ਆਏਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਇਸ ਵਾਰ ਸਰਕਾਰ ਨੇ 33% ਕੋਟਾ ਫੀਮੇਲ ਨੂੰ ਅਲਾਉ ਕਰਤਾ, ਤਾਂ ਉਹਦੇ ਕਰਕੇ ਹੀ 25 ਦੇ ਵਿੱਚੋਂ 6 ਪੋਸਟਾਂ ਕਿਹਨੂੰ ਚਲੇਗੀਆਂ? ਫੀਮੇਲਸ ਜਾਂ ਵੂਮੈਨ ਨੂੰ। ਠੀਕ ਹੈ, ਤੇ ਬਾਕੀ ਸਾਰੇ EWS ਦੀਆਂ ਜਾਂ ਫਿਰ ਸ਼ੈਡਿਊਲ ਕਾਸਟ ਜੋ ਵੀ ਨੇ ਇਹ ਦਿੱਤੀਆਂ ਹੋਈਆਂ, ਤੁਸੀਂ ਉਹਦੇ ਪੜ੍ਹ ਸਕਦੇ ਹੋ। ਠੀਕ ਹੈ ਜੀ, ਟੋਟਲ ਜਿਹੜੀਆਂ ਪੋਸਟਾਂ ਨੇ ਉਹ ਕਿੰਨੀਆਂ ਨੇ? 46। ਉਹਦੇ ਵਿੱਚੋਂ ਫੀਮੇਲਸ ਨੂੰ ਕਿੰਨੀਆਂ ਮਿਲੀਆਂ ਨੇ? 15। ਠੀਕ ਹੈ, ਅੱਗੇ ਚੱਲਦੇ ਹਾਂ। ਕੁਆਲੀਫਿਕੇਸ਼ਨ ਕੀ ਹੈ? ਕੁਆਲੀਫਿਕੇਸ਼ਨ ਉਹਨਾਂ ਨੇ ਕਿਹਾ ਜੀ ਗ੍ਰੈਜੂਏਸ਼ਨ ਚਾਹੀਦੀ ਹੈ ਤੇ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਸਬਜੈਕਟ ਨੇ ਜ਼ਰੂਰੀ ਹੋਣੇ ਚਾਹੀਦੇ ਨੇ ਕਿਹੜੇ? ਸਾਇੰਸ ਹੋਣਾ ਚਾਹੀਦਾ, ਆਰਟਸ ਹੋਣਾ ਚਾਹੀਦਾ, ਐਗਰੀਕਲਚਰ ਐਂਡ ਕਮਰਸ, ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਕੀਤਾ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਉਹਨਾਂ ਨੇ ਗੱਲ ਹੋਰ ਵੀ ਕਹੀ ਹੈ ਕਿ 10ਵੀਂ ਦੇ ਵਿੱਚ ਜਿਹੜੀ ਪੰਜਾਬੀ ਉਹ ਕੰਪਲਸਰੀ ਹੈ, ਚਾਹੇ ਤੁਸੀਂ ਉਹਨੂੰ ਐਜ਼ ਅ ਕੰਪਲਸਰੀ ਸਬਜੈਕਟ ਪੜ੍ਹਿਆ ਹੋਵੇ, ਚਾਹੇ ਤੁਸੀਂ ਉਹਨੂੰ ਐਜ਼ ਅ ਇਲੈਕਟਿਵ ਸਬਜੈਕਟ ਪੜ੍ਹਿਆ ਹੋਵੇ। ਠੀਕ ਹੈ, ਤੇ ਇਹਦੇ ਗ੍ਰੇਡ ਪੇ ਦੀ ਇਹਦੀ ਆਪਾਂ ਪੇ ਸਕੇਲ ਦੀ ਗੱਲ ਕਰੀਏ ਤੇ ਪੇ ਸਕੇਲ ਇਹਦਾ ਹੈਗਾ ਜੀ 35,400। ਠੀਕ ਹੈ, ਤੇ ਬਹੁਤ ਵਧੀਆ ਪੋਸਟ ਹੈ ਜੀ। ਤੇ ਬਸ ਇਹਦੇ ਵਿੱਚ ਤੁਸੀਂ ਇਹ ਦੇਖ ਲਿਓ, ਆਪਣਾ ਕ੍ਰਾਈਟੇਰੀਆ ਦੇਖ ਲਿਓ ਕਿ ਤੁਹਾਡੀ ਹਾਈਟ ਵਗੈਰਾ ਜਾਂ ਫਿਰ ਤੁਹਾਡਾ ਵੇਟ ਮੈਚ ਕਰ ਰਿਹਾ, ਕਿਉਂਕਿ ਇਹਦਾ ਜਿਹੜਾ ਕ੍ਰਾਈਟੇਰੀਆ ਹੋਏਗਾ ਉਹ ਇੱਕ ਰਿਟਨ ਟੈਸਟ ਹੈ 100 ਨੰਬਰ ਦਾ। ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਫਿਜ਼ੀਕਲ ਟੈਸਟ ਹੋਏਗਾ, ਉਸ ਤੋਂ ਬਾਅਦ ਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ। ਠੀਕ ਹੈ, ਚਲੋ ਹੁਣ ਆਪਾਂ ਗੱਲ ਕਰਦੇ ਹਾਂ ਐਗਜ਼ਾਮ ਪੈਟਰਨ ਦੀ ਤੇ ਕਿਹੜੇ ਸਬਜੈਕਟ ਦੇ ਜੋ ਕਿੰਨੇ ਨੰਬਰ ਦਾ ਪੇਪਰ ਆਏਗਾ। ਕੁਆਂਟ ਆਊਗਾ ਜੀ ਇਹਦੇ ਵਿੱਚ। ਠੀਕ ਹੈ, ਇਨਫੋਰਮੇਸ਼ਨ ਟੈਕਨੋਲੋਜੀ ਐਂਡ ਸਾਈਬਰ ਲॉज ਆਉਣਗੇ, ਰੀਜ਼ਨਿੰਗ ਐਬਿਲਿਟੀ ਆਏਗੀ, ਇੰਗਲਿਸ਼ ਐਂਡ ਪੰਜਾਬੀ ਲੈਂਗੁਏਜ ਆਏਗੀ, ਜਨਰਲ ਨੌਲੇਜ ਆਏਗੀ ਐਂਡ ਬੇਸਿਕ ਲੈਂਡ ਕੌਨਸਟੀਟਿਊਸ਼ਨ ਆਏਗਾ। ਬੇਸਿਕ ਲਾ ਕੌਨਸਟੀਟਿਊਸ਼ਨ ਦਾ ਮਤਲਬ ਤਾਂ ਪੋਲਿਟੀ ਹੋਗੀ, ਆਪਾਂ ਇਹ ਕਹਿ ਸਕਦੇ ਹਾਂ। ਠੀਕ ਹੈ, ਬਸ ਜਿਹੜੇ ਇੱਕ ਐਕਸਟਰਾ ਐਡੀਸ਼ਨਲ ਸਬਜੈਕਟ ਹੈ ਜੀ ਉਹ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਸਾਈਬਰ ਲॉज ਇਹ ਪੜ੍ਹਨਾ। ਅਗਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਠੀਕ ਹੈ, ਜਿਵੇਂ ਕਿ ਮੈਂ ਪਟਵਾਰੀ ਦੀ ਗੱਲ ਕਰਾਂ ਜਾਂ ਫਿਰ ਕੋਈ ਪੰਸਬ ਦੀ ਗੱਲ ਕਰਾਂ ਜਾਂ PSPCL ਦੀ ਗੱਲ ਕਰਾਂ, ਕੋਈ ਵੀ ਜਨਰਲ ਕੰਪੀਟੀਸ਼ਨ ਹੈ, SSC ਦੀ ਗੱਲ ਕਰਾਂ, ਤਾਂ ਜਿਹੜਾ ਐਡੀਸ਼ਨਲ ਸਬਜੈਕਟ ਹੈ ਸਿਰਫ ਇੱਕੋ ਹੀ ਹੈ ਜੀ, ਉਹ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਸਾਈਬਰ ਲॉज। ਠੀਕ ਹੈ, ਤਾਂ ਜਿਹੜੇ ਵੀ ਬੱਚੇ ਕਿਸੇ ਵੀ ਜਨਰਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹ ਵੀ ਇਸ ਐਗਜ਼ਾਮ ਨੂੰ ਭਰ ਸਕਦੇ ਨੇ। ਠੀਕ ਹੈ, ਤੇ ਡਿਟੇਲ ਦੇ ਵਿੱਚ ਇਹਨਾਂ ਨੇ ਦੱਸਿਆ ਹੈ, ਤੁਸੀਂ ਇਹਨੂੰ ਪੜ੍ਹ ਸਕਦੇ ਹੋ ਵੀਡੀਓ ਨੂੰ ਪੌਜ਼ ਕਰਕੇ। ਠੀਕ ਹੈ, ਕੁਆਂਟ ਦੇ ਵਿੱਚ ਆਹ ਕੁਛ ਆਏਗਾ, ਡਿਟੇਲਡ ਸਿਲੇਬਸ ਦੀ ਗੱਲ ਕਰਾਂ ਤੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਆਹ ਕੁਛ ਆਏਗਾ, ਰੀਜ਼ਨਿੰਗ ਐਬਿਲਿਟੀ ਦੇ ਵਿੱਚ ਇਹ ਆਏਗਾ। ਤੇ ਆਪਾਂ ਗੱਲ ਕਰਦੇ ਹਾਂ ਇੰਗਲਿਸ਼ ਦੀ, ਕਿਉਂਕਿ ਆਪਾਂ ਐਨਾਲਿਸਿਸ ਕਰਨਾ ਕਾਹਦਾ? ਇੰਗਲਿਸ਼ ਦਾ। ਤੇ ਇੰਗਲਿਸ਼ ਦੇ ਵਿੱਚ ਬੇਸਿਕ ਗ੍ਰਾਮਰ ਕਿਹਾ ਜੀ, ਤੇ ਗ੍ਰਾਮਰ ਦੇ ਕੰਪੋਨੈਂਟ ਸਬਜੈਕਟ ਹੋ ਗਿਆ, ਵਰਬ ਹੋ ਗਿਆ, ਐਡਜੈਕਟਿਵ ਹੋ ਗਿਆ, ਸਿਨੋਨੀਅਮ ਐਂਟੋਨੀਅਮ, ਵਨ ਵਰਡ ਸਬਸਟੀਟਿਊਸ਼ਨ, ਫਿਲਿੰਗ ਦ ਬਲੈਂਕਸ, ਪ੍ਰੋਬਲਮ ਕੰਸਰਨਿੰਗ ਵਰਡਸ, ਕੰਪੈਰੀਜ਼ਨ ਆਫ ਐਡਜੈਕਟਿਵਸ, ਆਰਟੀਕਲਸ, ਪ੍ਰੈਪੋਜੀਸ਼ਨਸ, ਡਾਇਰੈਕਟ ਐਂਡ ਇਨਡਾਇਰੈਕਟ ਸਪੀਚ, ਐਕਟਿਵ ਐਂਡ ਪੈਸਿਵ ਵੌਇਸ, correction in sentences, gender, singular and plural, idiom and their meanings, reading comprehension, spelling checkers। ठीक है, स्पेल चेकिंग से मतलब स्पेलिंग एरर्स। ਤੇ ਮੈਂ ਤੁਹਾਨੂੰ ਆਪਣੇ ਚੈਨਲ ਦੇ ਬਾਰੇ ਗੱਲ ਕਰਾਂ, ਚੈਨਲ ਦੇ ਵਿੱਚ ਇਹਦੇ ਵਿੱਚੋਂ ਆਪਾਂ ਐਟਲੀਸਟ ਕਾਫੀ ਜ਼ਿਆਦਾ ਕੰਟੈਂਟ ਮੇਰਾ ਪੜ੍ਹਾਇਆ ਹੋਇਆ ਜੀ। ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖੋਗੇ ਤਾਂ ਤੁਹਾਨੂੰ ਸਮਝ ਆਊਗਾ ਕਿ ਕਾਫੀ ਚੀਜ਼ਾਂ ਪੜ੍ਹਾਈਆਂ ਹੋਈਆਂ ਨੇ ਇਹਦੇ ਵਿੱਚੋਂ। ਠੀਕ ਹੈ, ਡਾਇਰੈਕਟ ਇਨਡਾਇਰੈਕਟ ਸਪੀਚ ਪੜ੍ਹਾਇਆ ਹੋਇਆ, ਪ੍ਰੈਪੋਜੀਸ਼ਨਸ ਪੜ੍ਹਾਈਆਂ ਹੋਈਆਂ ਨੇ, ਆਪਾਂ ਐਡਜੈਕਟਿਵ ਪੜ੍ਹਾਇਆ ਹੋਇਆ, ਬੇਸਿਕ ਗ੍ਰਾਮਰ ਪੜ੍ਹਾਈ ਹੋਈ ਹੈ, ਤੇ ਕੰਪੈਰੀਜ਼ਨ ਵਾਲਾ ਪੜ੍ਹਾਇਆ, ਐਕਟਿਵ ਪੈਸਿਵ ਵੌਇਸ ਪੜ੍ਹਾਇਆ ਹੈ,
ठीक है। तो सिंगुलर प्लूरल सब्जेक्ट वर्ब एग्रीमेंट इस ते भी वीडियोज़ हैगियां ने, मतलब काफ़ी हद तक चीज़ां कराइयां हुई ने। बाकी आप देखांगे अज के पेपर की कुछ है, मतलब प्रीवियस ईयर के पेपर के आपको आइडिया हो जाएगा कि हाँ इस तरीके की चीज़ां आप पढ़नियां ने। चलो स्टार्ट करते हैं जी। 20 क्वेश्चन ने, ठीक है। बहुत मेरे हिसाब नाल बहुत ईजी है लैवल, ठीक है। अगर तुसी कोई भी स्टैंडर्ड किसी इंस्टीट्यूट तो तैयारी की है या फिर थोड़ा एक तुसी कोई वधिया किताब सॉल्व की है तो तुसी ईजीली कर लोगे, ठीक है। चलो पहले क्वेश्चन ते करने। पहला क्वेश्चन कहता जी शी इज़ मोर क्लेवरर दैन एनी गर्ल ऑफ हर एज। देखो जी क्लैवरर होंगे ना जी ये, ठीक है, ये पहले ही कंपैरेटिव डिग्री है, ठीक है। जिमें मैं कहता जी टॉल की कंपैरेटिव डिग्री की बन जाएगी टॉलर, ठीक है। सुपरलेटिव डिग्री की बन जाएगी टॉलेस्ट। इस तरीके की जी डिग्री है ये कदों बनती है जो आप चीज़ों को कंपेयर करते हैं। टॉल आप कदों यूज़ करते हैं जो किसी चीज़ जो आप उस चीज़ को कंपेयर नहीं करते, जिमें मैं कह दूँ मोहन इज टॉल, ठीक है। लेकिन जो मैं मोहन को किसी और चीज़ नाल कंपेयर करता वन वर्सिज अनदर तो आप उदों यूज़ करते हैं जी कंपैरेटिव डिग्री, मोहन इज टॉलर दैन शाम, ठीक है। तो आप सुपरलेटिव डिग्री कदों यूज़ करते हैं जो एक का कंपैरिजन हो जाए सब दे नाल, वन वर्सिज ऑल, ठीक है। उदों आप यूज़ करते हैं सुपरलेटिव डिग्री, जिमें मैं कहता मोहन इज द टॉलेस्ट बॉय इन द क्लास, ठीक है। तो हुण आपां नूं पता चल रहा है कि ये मोर लिखा हुआ है। जी मोर है ना जी, मोर अपने आप के कंपैरेटिव डिग्री है। तुसीं सुनिया होगा मच, जिमें मैं यहाँ पूरे लिखता जी मच एक मैनी, ठीक है। ये पॉजिटिव डिग्री है जी। यदि कंपैरेटिव डिग्री की होगी जी मोर, सुपरलेटिव डिग्री की हो जाएगी मोस्ट। ਤਾਂ ਤੁਸੀਂ ਦੇਖੋਗੇ ਜਦੋਂ ਆਪਾਂ ਕਲੈਵਰਰ ਪਹਿਲਾਂ ਹੀ ਆਪਾਂ ਯੂਜ਼ ਕਰ ਲਿਆ ਕੰਪੈਰੀਟਿਵ ਡਿਗਰੀ ਤਾਂ ਇਹਦੇ ਨਾਲ ਇੱਕ ਡਬਲ ਕੰਪੈਰੀਟਿਵ ਡਿਗਰੀ ਲਗਾਉਣ ਦੀ ਕੀ ਲੋੜ ਹੈ। ਤਾਂ ਇਸ ਕਰਕੇ ਜਿਹੜਾ ਮੋਰ ਹੈ ਗਲਤ ਹੋ ਗਿਆ, ਠੀਕ ਹੈ। ਤੇ ਇਹਦਾ ਕਰੈਕਟ ਆਨਸਰ ਕੀ ਹੋਏਗਾ ਬੀ। ਅੱਗੇ ਚੱਲਦੇ ਹਾਂ ਜੀ। ਹੀ ਰੈਨ ਸੋ ਫਾਸਟਲੀ ਦੈਟ ਹੀ ਰੀਚਡ ਦ ਡੈਸਟੀਨੇਸ਼ਨ ਇਨ ਜਸਟ 2 ਮਿੰਟਸ, ਠੀਕ ਹੈ। ਤਾਂ ਉਹਨੇ ਦੇਖੋ ਜੀ ਉਹ ਲਿਖਿਆ ਹੈ ਸੋ ਫਾਸਟਲੀ, ਠੀਕ ਹੈ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ ਫਾਸਟਲੀ ਇੰਗਲਿਸ਼ ਲੈਂਗੁਏਜ ਵਿੱਚ ਕੋਈ ਵਰਡ ਨਹੀਂ ਹੈਗਾ। ਫਾਸਟਲੀ ਇੱਕ ਸਲੈਂਗ ਹੈ। ਹੁਣ ਸਲੈਂਗ ਦਾ ਮਤਲਬ ਗੱਲ ਹੀ ਨਹੀਂ ਹੁੰਦਾ, ਮਤਲਬ ਗੱਲ ਨਹੀਂ ਹੁੰਦੀ। ਸਲੈਂਗ ਦਾ ਮਤਲਬ ਹੁੰਦਾ ਇਨਅਪਰੋਪਰੀਏਟ ਯੂਸੇਜ ਜਾਂ ਫਿਰ ਇਨਫੋਰਮਲ ਯੂਸੇਜ ਕਹਿ ਸਕਦੇ ਹਾਂ, ਜਾਂ ਫਿਰ ਜਿਹੜਾ ਸਟੈਂਡਰਡ ਯੂਜ਼ ਨਹੀਂ ਹੈਗਾ ਜੀ ਗ੍ਰਾਮਰ ਦਾ, ਠੀਕ ਹੈ। ਜਾਂ ਫਿਰ ਆਪਾਂ ਇਹਨੂੰ ਵਰਡ ਨੂੰ ਯੂਜ਼ ਨਹੀਂ ਕਰਦੇ। ਬਹੁਤ ਸਾਰੇ ਇਹੋ ਜਿਹੇ ਵਰਡਸ ਹੁੰਦੇ ਨੇ ਲੈਂਗੁਏਜ ਦੇ ਵਿੱਚ, ਜਿਵੇਂ ਤੁਹਾਨੂੰ ਮੈਂ ਕਹਾਂ ਨਾਈਸ, ठीक है। नाइस एक एडजेक्टिव है, जो इस एडजेक्टिव के नाल तुसीं एल आई ला दोगे तो नाइसली बन जाएगा। की बन जाएगा नाइसली अपना एडवर्ब बन जाएगा, ठीक है। सिमिलरली मैं कहूँ केयरफुली बन जाएगा, ठीक है। मैं बोलूँगा ब्रेवली, ठीक है। तो उस तरीके नाल बहुत सारे यह एडजेक्टिव्स ने जिहड़े एल वाई लगा के एडवर्ब्स बन जाते हैं। सीरीयसली, ठीक है। नाइसली, ठीक है। तो उस तरीके नाल आपां एडवर्ब बना लेने, एडजेक्टिव तो की बना लेने एडवर्ब। लेकिन उरे जिहड़ा फास्ट वर्ड है, फास्ट दे नाल एल वाई लगा के फास्टली एडवर्ब नहीं बनता, क्योंकि फास्टली कोई वर्ड हुंदा ही नहीं। तो कुछ वर्ड्स यह जे हुंदे ने लैंग्वेज दे विच जिहड़े एडजेक्टिव ते एडवर्ब सेम ही रहिंदे ने। फास्ट जिहड़ा वर्ड हैगा ये एडजेक्टिव के तरीके नाल भी काम कर सकता है, ये एडवर्ब के तरीके नाल भी काम कर सकता है। डिपेंड करता है किहड़े कंटैक्स्ट दे विच आपां यूज़ कर रहे हैं। तां करके फास्टली कोई वर्ड नहीं हुंदा, फास्ट ही वर्ड हुंदा। तो हैगा फास्ट, तो उरे फास्ट जिहड़ा हैगा जी एडवर्ब है, एक्शन के मैनर नूं दस रहा, ठीक है, किस तरीके नाल भज्जिया। नैक्सट है जी ऑल्दो ही इज़ यूजली रूड विद एवरीवन ही बिहेवड नाइस विद ऑल ऑफ स्टूडेंट। तुसीं देखो उन्होंने लिखा ही बिहेवड नाइस, जिवें तुहानूं दस्सिया नाइस की हुंदा जी एडजेक्टिव हुंदा, लेकिन ये बिहेव नूं क्वालीफाई कर रहा है। बिहेव तो वर्ब है, अपनी वर्ब नूं क्वालीफाई करने वास्ते की चाहिए, एडजेक्टिव चाहिए, एडवर्ब चाहिए। तां करके की लिखना पएगा नाइसली, ठीक है जी। आप यूज़ कर लेंगे नाइसली, तो डी पार्ट के विच एरर है। चलो अगे चलते हैं। नैक्सट है जी द प्लेयर वॉज आस्क्ड दैट वाई ही हैड नॉट अटेंडेड द प्रेयर, ठीक है। तो जे तुसीं नरेशन वगैरह पढ़िया होएगा तो हुण देखो ये इस सेंटेंस दे विच एक कंजंक्शन दैट यूज़ कर लिया, एक कंजंक्शन वाई यूज़ कर लिया, ठीक है। ध्यान नाल समझना। सपोज करो कि अपने को दो चीज़ां ने, दो कंपोनेंट्स ने, एक कंपोनेंट ये है, एक कंपोनेंट ये है, ठीक है। दो कंपोनेंट नूं जोड़न लई किन्ने एलीमेंट्स चाहिए ने, किन्ने कंजंक्शन चाहिए ने। कंजंक्शन का बेसिकली मतलब हुंदा किसी चीज़ नूं जोड़ना, ठीक है। तो इनू जोड़ने वास्ते किन्ने कंजंक्शन चाहिए ने, एक कंजंक्शन चाहिए, दो कंजंक्शन चाहिए ने। एक कंजंक्शन चाहिए ना, तो तुसीं देखोगे भी उरे आपां दो कंजंक्शन यूज़ कर ले, एक तुसीं यूज़ कर लिया दैट, एक तुसीं यूज़ कर लिया वाई। तो इहदे विच एक गलत होएगा। हुण किहड़ा गलत होएगा वो डिपेंड करेगा कंटैक्स्ट ते। हुण मैं तुहानूं दसदा जिहड़ा दैट कंजंक्शन है ना, दैट कंजंक्शन यूज़ करते हैं आपां किसी स्टेटमेंट नूं इंट्रोड्यूस करने वास्ते, ठीक है। जिवें मैं कहां आई नो दैट यू आर बिजी, ठीक है। तो मतलब मैं यही चीज़ जानना
ਇਹ ਸਟੇਟਮੈਂਟ ਆ ਨਾ ਇੱਕ, ਤਾਂ ਜਦੋਂ ਤੁਸੀਂ ਸਟੇਟਮੈਂਟ ਨੂੰ ਇੰਟਰੋਡਿਊਸ ਕਰਨਾ ਤਾਂ ਤੁਸੀਂ ਦੈਟ ਦਾ ਯੂਜ਼ ਕਰ ਸਕਦੇ ਹੋ, ਠੀਕ ਹੈ। ਆਈ ਐਮ ਸ਼ੋਰ ਯੂ ਆਰ ਬਿਜ਼ੀ, ਤਾਂ ਉਦੋਂ ਵੀ ਤੁਸੀਂ ਸਟੇਟਮੈਂਟ ਨੂੰ ਇੰਟਰੋਡਿਊਸ ਕਰ ਰਹੇ ਹੋ। ਲੇਕਿਨ ਤੁਸੀਂ ਉਹ ਦੇਖੋਗੇ ਉਰੇ ਜਿਹੜੀ ਵਰਬ ਯੂਜ਼ ਕੀਤੀ ਹੈ ਨਾ, ਉਹਨੇ ਆਸਕ ਯੂਜ਼ ਕੀਤੀ ਹੋਈ ਹੈ। ਆਸਕ ਦਾ ਮਤਲਬ ਇੱਕ ਕੁਐਸਚਨ ਪੁੱਛਿਆ ਹੋਇਆ ਹੈ। ਅਗਰ ਇੱਕ ਕੁਐਸਚਨ ਪੁੱਛਿਆ ਹੈ ਤਾਂ ਉਹਦੇ ਸਟੇਟਮੈਂਟ ਨੂੰ ਤਾਂ ਇੰਟਰੋਡਿਊਸ ਕਰ ਰਹੇ ਹੋ, ਤੁਸੀਂ ਇੱਕ ਕੁਐਸਚਨ ਨੂੰ ਇੰਟਰੋਡਿਊਸ ਕਰ ਰਹੇ ਹੋ। ਅਗਰ ਤੁਸੀਂ ਕਿਸੇ ਕੁਐਸਚਨ ਨੂੰ ਇੰਟਰੋਡਿਊਸ ਕਰ ਰਹੇ ਹੋ ਤਾਂ ਡਬਲਯੂ ਫੈਮਿਲੀ ਦਾ ਵਰਡ ਹੀ ਤਾਂ ਯੂਜ਼ ਕਰੋਗੇ, ਤਾਂ ਇਹਦੇ ਕਰਕੇ ਆਪਣਾ ਦੈਟ ਗਲਤ ਹੋ ਜਾਏਗਾ ਜੀ, ਵਾਈ ਸਹੀ ਹੋ ਜਾਏਗਾ। ਤੇ ਜਿਹੜਾ ਇਹਦਾ ਆਨਸਰ ਆਏਗਾ ਤਾਂ ਤੁਸੀਂ ਦੇਖ ਲਓ ਕਿਹੜਾ ਵੀ ਆਨਸਰ ਆਏਗਾ, ਠੀਕ ਹੈ। ਇਹ ਆਪਸ਼ਨ ਆਏਗਾ, ਜਿਸਨੇ ਵੀ ਇਹ ਟਿਕ ਕੀਤਾ ਸਹੀ ਟਿਕ ਕੀਤਾ ਹੋਇਆ, ਠੀਕ ਹੈ। ਨੈਕਸਟ 85 ਤੇ ਆ ਜਾਂਦੇ ਹਾਂ। ਤੇ ਇਹ ਸਾਰਾ ਪਾਰਟ ਮੈਂ ਇਸ ਚੈਨਲ ਤੇ ਪੜਾਇਆ ਹੋਇਆ, ਠੀਕ ਹੈ। ਪਲੇਲਿਸਟ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਟਾਈਪਸ ਆਫ ਸੈਂਟੈਂਸਿਸ, ਠੀਕ ਹੈ। ਇੱਕ ਪਲੇਲਿਸਟ ਹੈ ਇਸ ਚੈਨਲ ਤੇ ਜਿਹਦਾ ਨਾਮ ਹੈ ਇੰਗਲਿਸ਼ ਗ੍ਰਾਮਰ ਫਰੋਮ ਜ਼ੀਰੋ ਲੈਵਲ। ਉੱਥੇ 12-15 ਘੰਟਿਆਂ ਦਾ ਕੰਟੈਂਟ ਪਿਆ, ਠੀਕ ਹੈ। ਅਗਰ ਤੁਸੀਂ ਉਹਨੂੰ ਇੱਕ ਵਾਰ ਡਿਟੇਲ ਤੋਂ ਪੜ੍ਹ ਲਓਗੇ, ਉਹਦੇ ਨੋਟਸ ਬਣਾ ਲਓਗੇ ਤਾਂ ਤੁਹਾਨੂੰ ਕਾਫੀ ਬੈਨੀਫਿਟ ਮਿਲੇਗਾ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ ਆਪਾਂ। ਇਫ ਆਈ ਵੁੱਡ ਹੈਵ ਰਿਅਲਾਈਜ਼ਡ ਦ ਨੇਚਰ ਆਫ ਦ ਜੋਬ ਅਰਲੀਅਰ ਆਈ ਵੁੱਡ ਨਾਟ ਹੈਵ ਐਕਸੈਪਟਡ ਇਟ। ਤਾਂ ਤੁਸੀਂ ਦੇਖੋ ਰੇ ਲਿਖਿਆ ਹੋਇਆ ਆਈ ਵੁੱਡ ਹੈਵ, ਠੀਕ ਹੈ। ਇਹ क्लोज सैमी क्लोज कंडीशनल है। अगर तुसी कंडीशनल चैप्टर पढ़ाया होगा तो तुहानूं बहुत जल्दी समझ आ जाएगा, ठीक है। यह चैप्टर भी मैं फ्री ऑफ चार्ज पढ़ाया है, सब कुछ आप फ्री पढ़ाया, कुछ भी पैसे चार्ज नहीं कर रहे। ये 5 घंटे का चैप्टर है जी, ये भी फ्री पढ़ाया। तुसी देखो भी ये भी क्वेश्चन आ रहे हैं, बहुत अच्छा चैप्टर है जी ये, तुसी ये भी पढ़ सकते हो, ठीक है। मूड एंड कंडीशनल्स करके प्लेलिस्ट के पिया, उत्थे जाके तुसी पढ़ सकते हो। इसका जो आंसर आएगा मैं तुहानूं दस देना जी, सी आंसर आएगा, ठीक है। चलो ਅੱਗੇ ਚੱਲਦੇ ਹਾਂ ਜੀ। ਬਿਕॉज ऑफ हिज इल हेल्थ द डॉक्टर हैज़ एडवाइज्ड हिम नॉट टू रिफ्रेन फ्रॉम स्मोकिंग, ठीक है। तो देखो रिफ्रेन का मतलब नैगेटिव होंदा है, ठीक है। रिफ्रेन का मतलब भी की होंदा, नैगेटिव होंदा। तो तुसी डबल नैगेटिव करता, अगर तुसी डबल नैगेटिव करता तो यह सेंटेंस जिहड़ा गलत हो जाएगा, ठीक है। हुण तुसी देखो इहदे विच की आएगा, ठीक है। एडवाइज्ड हिम टू रिफ्रेन, तो आप यूज़ करांगे टू रिफ्रेन, ठीक है। रिफ्रेन का मतलब की होंदा टू स्टॉप योरसैल्फ फ्रॉम डूइंग समथिंग। जो तुसी खुद नूं रोकदे हो ना किसी चीज़ नूं करन तो, जिहड़ी चीज़ तो तुहानूं इंजॉयमेंट मिलती है, उस कंटैक्सट दे विच आपां वर्ड यूज़ करते हैं रिफ्रेन। रिफ्रेन तो एक वर्ड मैनूं होर याद आंदा है जिन्हों आपां कहने अबसटेन। अबसटेन का मतलब भी सेम होंदा है, रिफ्रेन का मतलब होंदा है, ठीक है। अबसटेन कह सकते हैं, या फिर एक होर वर्ड मैनूं याद आ रहा है डिसिस्ट, ठीक है। डिसिस्ट का मतलब भी सेम होंदा है, अपने आप को किसी चीज़ तो रोकना जिहड़ी चीज़ तुहानूं प्लेजर दिंदी है, जिहड़ी चीज़ तुसीं करन च तुहानूं इंजॉयमेंट मिलदा है, ठीक है। एक चीज़ का ध्यान रखना, रिफ्रेन दे नाल आपां फ्रॉम यूज़ करते हैं और आपां अबसटेन दे नाल भी आपां फ्रॉम यूज़ करते हैं, ठीक है। इहदा आपां क्लोज बेसिक वर्ड सिंपल वर्ड की गल करिए तो तुसीं अवॉइड वर्ड यूज़ कर सकते हो, ठीक है। तो आपां तुसीं वो भी वर्ड यूज़ कर सकते हो, किसी चीज़ नूं बेसिकली रोकना, ठीक है। रोकना इहदे लई एक होर वर्ड याद आ रहा है सीज़, मतलब दूर दे सिनोनियम ने, तुसी बिल्कुल भी हमें याद ना कर लेना कि ये सिनोनियम एंटोनियम ने, इस तरीके नाल नहीं, ठीक है। वोकैबलरी याद करने का बहुत वधिया तरीका है अगर तुसी समझदे हो। जिवें तुहानूं एक वर्ड मैं दस्सिया रिफ्रेन तो एक आपां नवां वर्ड होर सिख लिया अबसटेन तो एक होर वर्ड आपां होर सिख लिया डिसिस्ट। हुण आपां नूं पता चल रहा यार इहदा मतलब अल्टीमेटली रोकना है, ठीक है, अवॉइड करना कुछ, तो आपां पूरे वर्ड लिख लिया अवॉइड। इसका मतलब अल्टीमेटली कुछ ना कोई चीज़ बंद करना मतलब की होंदा सीज़, या फिर कह सकते हैं स्टॉप, ठीक है। तो ये वोकैबलरी याद करने का तरीका है, जो भी आप किसी चीज़ को ग्रुप्स के विच याद करते हैं तो ज़्यादा देर तक याद रहते हैं, तो ज़्यादा वर्ड्स आप याद रख सकते हैं, ठीक है जी। चलो आप अगे चलते हैं सॉरी। नैक्सट जो अपना सिनोनियम एंटोनियम आ गए जी, जस्ट वेट। की कह रहा है जी, इन द फॉलोइंग क्वेश्चन एन अंडरलाइंड वर्ड इज गिवन फॉलोड बाय 4 अल्टरनेटिव्स which select the alternative that conveys the same meaning as the given underlined word, ठीक है। सेम मीनिंग का मतलब आप सिनोनियम लभना जी, ठीक है। तो उरे आपां नूं वर्ड कह रहे ट्रैवल, तो हुण इहदा मतलब बेसिकली की हुंदा है, ट्रैवल डिटेल तुसीं सुनिया होगा, ठीक है। इहदा मतलब हुंदा है कि मतलब कोई भी चीज़ इहो जी चीज़ जिहड़ी इंपॉर्टेंट नहीं हैगी, ठीक है। ध्यान रखना इस चीज़ का, ट्रैवल का मतलब होंगे कोई यह जी चीज़ जी इंपॉर्टेंट नहीं हैगी, ठीक है। मतलब अगर मैं कह रहा कि ट्रैवल डिटेल्स का मतलब की है कि यह जी डिटेल्स ने या फिर कोई यह जी इन्फॉर्मेशन है जी ज़्यादा इंपॉर्टेंट नहीं हैगी, ठीक है। तो यदा आंसर आएगा बिल्कुल सही जिन्हें भी टिक किया है, ठीक है, सी आंसर आएगा अनइम्पॉर्टेंट, ठीक है। क्रिटिकल का मतलब भी इंपॉर्टेंट हो सकता है, आप कहने ना कोई चीज़ क्रिटिकल है, क्रिटिकल इन्फॉर्मेशन आप कहने, क्रिटिकल इन्फॉर्मेशन का मतलब वो सेंसिटिव इन्फॉर्मेशन है, सेंसिटिव इन्फॉर्मेशन आप कहने स्टोर करके रखी हुई है, ठीक है, आप किसी लॉकर च रखी हुई है, तो इसका मतलब वो इंपॉर्टेंट होंगे, तो डी ऑप्शन भी नहीं हो सकता। आप सिग्निफिकेंट का मतलब जिसका सिग्निफिकेंस ज़्यादा हो, सिग्निफिकेंस मतलब महत्वता ज़्यादा हो, तो ये भी नहीं हो सकता, ये भी इंपॉर्टेंट होगी। मोनो यदा मतलब की होंगे जी, यदा मतलब होंगे
ये मेरा मतलब ਹੁੰਦਾ बहुत ज़्यादा इंपॉर्टेंट, इट इज़ समथिंग दैट इज़ वेरी वेरी इंपॉर्टेंट। ठीक है, ਤਾਂ ਆਪਾਂ ਜਿਵੇਂ ਕਹਾਂ ਕੋਈ ਇਹੋ ਜਿਹਾ ਡਿਸੀਜ਼ਨ ਹੈ ਮੋਮੈਂਟਸ ਡਿਸੀਜ਼ਨ ਹੈ। ਮੋਮੈਂਟਸ ਡਿਸੀਜ਼ਨ ਮਤਲਬ ਪਤਾ ਕੀ ਹੈ ਕਿ ਇੱਕ ਇਹੋ ਜਿਹਾ ਡਿਸੀਜ਼ਨ ਹੈ ਜਿਹੜਾ ਇਤਿਹਾਸਿਕ ਡਿਸੀਜ਼ਨ ਹੈ, ਇਤਿਹਾਸਿਕ ਕਹਿ ਸਕਦੇ ਆਪਾਂ ਇਹਨੂੰ, ਹਿਸਟੋਰਿਕ ਆਪਾਂ ਨਹੀਂ ਹਿਸਟੋਰਿਕ ਕਹਿ ਸਕਦੇ ਹਾਂ, ਆਪਾਂ ਕਹਿੰਦੇ ਨਾ ਹਿਸਟੋਰਿਕ ਵਿਨ ਆਪਾਂ ਯੂਜ਼ ਕਰਦੇ ਹਾਂ ਵਰਡ, ਹੈ ਨਾ। ਤਾਂ ਮੋਮੈਂਟਸ ਦਾ ਮਤਲਬ ਹੁੰਦਾ ਸਮਥਿੰਗ ਦੈਟ ਇਜ਼ ਵੈਰੀ ਵੈਰੀ ਇੰਪॉर्टेंट। ठीक है, मोमेंटस डिसीजन was taken by our PM Modi when he did demonetization in India in 2014, right। ਤਾਂ ਇੱਕ ਮਤਲਬ ਉਹ ਇਤਿਹਾਸਿਕ ਡਿਸੀਜਨ ਸੀ, ਉਹ ਬਹੁਤ ਇੰਪॉर्टेंट ਡਿਸੀਜਨ ਸੀਗਾ, ਉਸ 'ਤੇ ਬਹੁਤ ਲੋਕਾਂ ਦੀ ਜ਼ਿੰਦਗੀ ਚੇਂਜ ਕਰਤੀ ਉਹਨੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਯਾਦ ਰੱਖਾਂਗੇ। ਤਾਂ ਇਹਦਾ ਆਪਾਂ ਸਿਨੋਨੀਅਮ ਲੱਭਣਾ ਸੀ, ਸਿਨੋਨੀਅਮ ਇਹਦਾ ਕੀ ਆਏਗਾ, ਅਨਇੰਪੋਰਟੈਂਟ, ਰਾਈਟ। ਨੈਕਸਟ ਹੈਗਾ ਜੀ ਐਕਸੀਜੈਂਸੀ। ਹੁਣ ਐਕਸੀਜੈਂਸੀ ਦਾ ਮਤਲਬ ਕੀ ਹੁੰਦਾ, ਠੀਕ ਹੈ, ਐਕਸੀਜੈਂਸੀ ਦਾ ਮਤਲਬ ਹੁੰਦਾ ਕੋਈ ਇਹੋ ਜਿਹੀ ਡਿਮਾਂਡ ਜਿਹੜੀ ਇਮੀਡੀਏਟਲੀ ਫੁਲਫਿਲ ਕੀਤੀ ਜਾਵੇ। ਠੀਕ ਹੈ, ਡਿਮਾਂਡ ਕੀ ਹੁੰਦਾ, ਡਿਮਾਂਡ। ਠੀਕ ਹੈ, ਤਾਂ ਅਲਟੀਮੇਟਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਦਾ ਆਨਸਰ ਹੋਏਗਾ ਕੀ ਹੋਏਗਾ, ਐਮਰਜੈਂਸੀ। ਕ੍ਰਾਈਸਿਸ ਦੀ ਮੈਂ ਗੱਲ ਕਰਾਂ, ਕ੍ਰਾਈਸਿਸ ਦਾ ਮਤਲਬ ਕੀ ਹੁੰਦਾ ਕਿ ਇਹੋ ਜਿਹਾ ਟਾਈਮ ਜਿਹਦੇ ਵਿੱਚ ਬੁਰੇ ਹਾਲਾਤ ਹੋਣ, ਇਸ ਇੱਕ ਟਾਈਮ ਫਰੇਮ ਕਹਿ ਸਕਦੇ, ਇੱਕ ਪੀਰੀਅਡ ਕਹਿ ਸਕਦੇ ਹਾਂ। ਫਾਈਨੈਂਸ਼ੀਅਲ ਕ੍ਰਾਈਸਿਸ ਦਾ ਮਤਲਬ ਕੀ ਹੁੰਦਾ ਕਿ ਇੱਕ ਇਹੋ ਜਿਹਾ ਪੀਰੀਅਡ, ਇਹੋ ਜਿਹਾ ਦੌਰ ਚੱਲ ਰਿਹਾ ਜਿਹਦੇ ਵਿੱਚ ਪੈਸੇ ਦੀ ਕਮੀ ਆ। ਠੀਕ ਹੈ, ਫਾਈਨੈਂਸ਼ੀਅਲ ਕ੍ਰਾਈਸਿਸ ਦਾ ਮਤਲਬ ਇਹ ਹੋ ਸਕਦਾ। ਟੈਨੇਸਿਟੀ ਦਾ ਮਤਲਬ ਕੀ ਹੁੰਦਾ, ਟੈਨੇਸ਼ੀਅਸ ਤੁਸੀਂ ਵਰਡ ਸੁਣਿਆ ਹੋਗਾ। ਟੈਨੇਸ਼ੀਅਸ ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਗਿਵ ਅਪ ਨਹੀਂ ਕਰਦੇ, ਇੱਕ ਇਹੋ ਜਿਹਾ ਐਟੀਟਿਊਡ ਹੈ, ਨਾਟ ਗਿਵਿੰਗ ਅਪ ਔਨ ਸਮਥਿੰਗ। ਠੀਕ ਹੈ, ਜੋ ਤੁਸੀਂ ਹਿੰਮਤ ਨਹੀਂ ਹਾਰਦੇ। ਠੀਕ ਹੈ, ਵੈਨ ਯੂ ਆਰ ਨਾਟ ਵਿਲਿੰਗ ਟੂ ਸਰੈਂਡਰ, ਰਾਈਟ, ਤਾਂ ਤੁਸੀਂ ਉਦੋਂ ਵਰਡ ਯੂਜ਼ ਕਰਦੇ ਹੋ ਟੈਨੇਸ਼ੀਅਸ। ਟੈਨੇਸ਼ੀਅਸ ਗ੍ਰਿਪ ਤੁਸੀਂ ਸੁਣਿਆ ਹੋਗਾ। ਟੈਨੇਸ਼ੀਅਸ ਗ੍ਰਿਪ ਦਾ ਮਤਲਬ ਬਹੁਤ ਟਾਈਟ ਗ੍ਰਿਪ ਹੈ, ਤੁਸੀਂ ਉਹਨੂੰ ਛੱਡ ਹੀ ਨਹੀਂ ਰਹੇ। ਠੀਕ ਹੈ, ਟੈਨੇਸ਼ੀਅਸ ਗ੍ਰਿਪ ਤੋਂ ਤੁਸੀਂ ਯਾਦ ਰੱਖੋਗੇ ਇਹਨੂੰ। ਸਵਿਫਟਨੈਸ ਦਾ ਮਤਲਬ ਹੁੰਦਾ ਜੀ ਫਾਸਟ। ਵੈਨ ਸਮਥਿੰਗ ਇਜ਼ ਫਾਸਟ ਉਹਨੂੰ ਆਪਾਂ ਕਹਿੰਦੇ ਹਾਂ ਜੀ ਸਵਿਫਟ। ਠੀਕ ਹੈ, ਸਵਿਫਟਨੈਸ। ਚਲੋ, ਤੇ ਇਹਦਾ ਆਨਸਰ ਮਤਲਬ ਚੱਲ ਗਿਆ। ਨੈਕਸਟ ਚੱਲਦੇ ਹਾਂ ਜੀ ਆਪਾਂ। ਨੈਕਸਟ ਉਹਨੇ ਲਿਖਿਆ ਜੀ ਆਪੋਜੀਟ ਵਰਡ, ਮਤਲਬ ਆਪਾਂ ਐਂਟੋਨੀਅਮਸ ਲੱਭਣੇ ਨੇ ਜੀ। ਠੀਕ ਹੈ, ਹਾਰਮੋਨੀ ਦਾ ਮਤਲਬ ਕੀ ਹੁੰਦਾ ਜੀ, ਪੀਸ। ਠੀਕ ਹੈ, ਕੋਈ ਚੀਜ਼ ਪੀਸਫੁਲ ਹੈ। ਠੀਕ ਹੈ, ਪੀਸਫੁਲ ਐਗਰੀਮੈਂਟ ਹੈ, ਮਤਲਬ ਐਗਰੀਮੈਂਟ ਦੇ ਵਿੱਚ ਅਕੋਰਡ ਵਰਡ ਯੂਜ਼ ਕਰਦੇ ਹਾਂ। ਅਕੋਰਡ ਦੇ ਨਾਲ ਆਪਾਂ ਕੀ ਯੂਜ਼ ਕਰਦੇ ਹਾਂ, ਵਿਦ। ਠੀਕ ਹੈ, ਤਾਂ ਯਾਦ ਰੱਖਣਾ ਹਾਰਮੋਨੀ ਦਾ ਮਤਲਬ ਤੁਹਾਨੂੰ ਸਮਝ ਆ ਗਿਆ ਹੋਵੇਗਾ। ਠੀਕ ਹੈ, ਆਪੋਜੀਟ ਵਰਡ ਲੱਭਣਾ ਤਾਂ ਪੀਸ ਤਾਂ ਹੋ ਨਹੀਂ ਸਕਦਾ। ਅੱਛਾ, ਵਾਰ ਹੋ ਸਕਦਾ, केओस भी हो सकता है, मरमर भी हो सकता है। मरमरिंग ਤੁਸੀਂ ਸੁਣਿਆ ਹੋਗਾ। ਮਰਮਰਿੰਗ ਦਾ ਮਤਲਬ ਹੁੰਦਾ ਜਦੋਂ ਬੰਦਾ ਮੂੰਹ 'ਚ ਹੀ ਬੋਲਦਾ ਹੁੰਦਾ ਨਾ, ਮਰਮਰ ਨਾ ਕਰ, ਜਿਵੇਂ ਆਪਾਂ ਬੜਬੜ ਕਰਦੇ ਹਾਂ ਨਾ ਮੂੰਹ ਦੇ ਵਿੱਚ, ਉਹ ਬੜਬੜ ਨੂੰ ਆਪਾਂ ਇੰਗਲਿਸ਼ ਦੇ ਵਿੱਚ ਮਰਮਰ ਕਹਿੰਦੇ ਹਾਂ। ਠੀਕ ਹੈ, ਤਾਂ ਮਰਮਰ ਵੀ ਨਹੀਂ ਹੋ ਸਕਦਾ। ਹੁਣ ਵਾਰ ਜਾਂ ਕੇਸ ਦਾ ਮਤਲਬ ਕੀ ਹੁੰਦਾ ਕਿ ਇਹੋ ਜਿਹੀ ਸਿਚੁਏਸ਼ਨ ਜਿਹਦੇ ਵਿੱਚ ਲੈਕ ਆਫ ਆਰਡਰ, ਐਗਜ਼ੈਕਟਲੀ ਅਗਰ ਮੈਂ ਤੁਹਾਨੂੰ ਗੱਲ ਕਰਾਂ, ਲੈਕ ਆਫ ਆਰਡਰ। ਠੀਕ ਹੈ, ਤਾਂ ਵਾਰ ਦਾ ਬੇਸਿਕਲੀ ਮਤਲਬ ਪਤਾ ਕੀ ਹੁੰਦਾ, ਫਾਈਟ। ਬਾਹਰ ਦਾ ਬੇਸਿਕਲੀ ਮਤਲਬ ਹੁੰਦਾ ਫਾਈਟ। ਤਾਂ ਇਹਦੇ ਨਾਲ ਜਿਹੜਾ ਜ਼ਿਆਦਾ ਲੌਜੀਕਲ ਜਿਹੜਾ ਆਨਸਰ ਹੋਏਗਾ ਉਹ केओस होएगा। ठीक है, क्योंकि ਉਹਦੇ ਹਾਰਮੋਨੀ ਦਾ ਮਤਲਬ ਕੀ ਹੈ, ਸਮਥਿੰਗ ਦੈਟ ਇਜ਼ ਇਨ ਸਿਮੈਟਰੀ, ਸਮਥਿੰਗ ਦੈਟ ਇਜ਼ ਇਨ ਆਰਡਰ। ਕਾਇਓਸ ਦਾ ਮਤਲਬ ਕੀ ਹੈ, ਸਮਥਿੰਗ ਦੈਟ ਇਜ਼ਨਟ ਇਨ ਆਰਡਰ, ਰਾਈਟ। ਤਾਂ ਵਾਰ ਦੂਰ ਤਾਂ ਆਪਾਂ ਕਹਿ ਸਕਦੇ ਹਾਂ ਕਿਉਂਕਿ, ਠੀਕ ਹੈ, ਲੇਕਿਨ ਆਪਾਂ ਐਗਜ਼ੈਕਟ ਨਹੀਂ ਕਹਿ ਸਕਦੇ ਕਿਉਂਕਿ ਇਸ ਦੇ ਵਿੱਚ ਸੀ ਆਪਸ਼ਨ ਜ਼ਿਆਦਾ ਅਪਰੋਪਰੀਏਟ ਹੈ। ਨੈਕਸਟ ਹੈਗਾ ਜੀ ਐਡਵਰਸਿਟੀ। ਐਡਵਰਸਿਟੀ ਨਿਊਜ਼ਪੇਪਰ ਦੇ ਵਿੱਚ ਬਹੁਤ ਜ਼ਿਆਦਾ ਵਰਡ ਆਉਂਦਾ। ਠੀਕ ਹੈ, ਦੂਸਰੇ ਤੀਸਰੇ ਦਿਨ ਜਦੋਂ ਨੈਗੇਟਿਵ, ਮਤਲਬ ਮੋਸਟਲੀ ਨੈਗੇਟਿਵ ਨਿਊਜ਼ ਹੁੰਦੀਆਂ, ਅਗਰ ਤੁਸੀਂ ਪੜ੍ਹਦੇ ਹੋਵੋਗੇ ਤਾਂ ਉਹਦੇ ਵਿੱਚ ਐਡਵਰਸਿਟੀਜ਼ ਲਿਖਿਆ ਹੁੰਦਾ ਹੈ ਨਾ। ਤੇ ਐਡਵਰਸਿਟੀ ਦਾ ਮਤਲਬ ਹੁੰਦਾ ਦੁੱਖੜਾ। ਠੀਕ ਹੈ, ਮਤਲਬ ਜਦੋਂ ਕੋਈ ਆਪਾਂ ਡਿਫਿਕਲਟ ਸਿਚੁਏਸ਼ਨ ਦੀ ਗੱਲ ਕਰੀਏ, ਕੋਈ ਅਨਪਲੀਜ਼ੈਂਟ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਉਹਨੂੰ ਕਹਿੰਦੇ ਜੀ ਐਡਵਰਸਿਟੀ। ਤਾਂ ਪਾਵਰਟੀ ਤਾਂ ਹੋ ਨਹੀਂ ਸਕਦਾ ਕਿਉਂਕਿ ਪਾਵਰਟੀ ਤਾਂ, ਠੀਕ ਹੈ, ਉਹ ਵੀ ਦੁੱਖੜਾ ਹੀ ਕਹਿ ਸਕਦੇ ਆਪਾਂ। ਅੱਛਾ, ਰਿਚਨੈਸ ਦੇਖ ਲੈਂਦੇ ਹਾਂ। ਚਲੋ, ਫੈਸਿਲਿਟੀ ਇਹ ਵੀ ਨਹੀਂ ਹੋ ਸਕਦਾ। ਫੈਸਿਲਿਟੀ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਸਰਵਿਸ ਪ੍ਰੋਵਾਈਡ ਕਰਨਾ। ਠੀਕ ਹੈ, ਤਾਂ ਉਹਦਾ ਆਪੋਜ਼ਿਟ ਵਰਡ ਨਹੀਂ ਹੋ ਸਕਦਾ। ਨੈਕਸਟ ਹੈ ਪ੍ਰੋਸਪੈਰਿਟੀ। ਪ੍ਰੋਸਪੈਰਿਟੀ ਇਜ਼ ਅ ਮੋਰ ਲੌਜੀਕਲ, ਮੋਰ ਕਰੈਕਟ ਇਨ ਦਿਸ ਕੁਐਸਚਨ। ਪ੍ਰੋਸਪੈਰਿਟੀ ਦਾ ਮਤਲਬ ਕੀ ਹੁੰਦਾ ਹੈ, ਸਕਸੈਸਫੁਲ। ਜਦੋਂ ਆਪਾਂ ਸਕਸੈਸ ਦੇ ਨਾਲ ਕਿਸੇ ਚੀਜ਼ ਨੂੰ ਰਿਲੇਟ ਕਰਦੇ ਹਾਂ ਨਾ, ਦ ਸਟੇਟ ਆਫ ਬੀਇੰਗ ਸਕਸੈਸਫੁਲ, ਸਪੈਸ਼ਲੀ ਵਾਈਲ ਮੇਕਿੰਗ ਮਨੀ। ਜਦੋਂ ਆਪਾਂ ਕਿਸੇ ਆਪਾਂ ਨੂੰ ਪੈਸੇ ਨਾਲ ਆਪਾਂ ਨੂੰ ਸਕਸੈਸ ਮਿਲਦਾ ਤਾਂ ਉਸ ਤਰੀਕੇ ਨਾਲ ਆਪਾਂ ਪ੍ਰੋਸਪੈਰਿਟੀ ਯੂਜ਼ ਕਰਦੇ ਹਾਂ। ਤਾਂ ਰਿਚਨੈਸ ਵੀ ਨਹੀਂ ਹੋ ਸਕਦਾ। ਠੀਕ ਹੈ, ਤਾਂ ਕਿਉਂਕਿ ਰਿਚਨੈਸ ਦਾ ਮਤਲਬ ਸਿਰਫ ਪੈਸਾ ਹੀ ਹੁੰਦਾ। ਠੀਕ ਹੈ, ਪ੍ਰੋਸਪੈਰਿਟੀ ਦਾ ਮਤਲਬ ਅਲਟੀਮੇਟਲੀ ਸਕਸੈਸ ਹੁੰਦਾ। ਤਾਂ ਇਹਦਾ ਮਤਲਬ ਜਦੋਂ ਕੋਈ ਚੀਜ਼ ਡਿਫੀਕਲਟ ਸਿਚੁਏਸ਼ਨ ਹੈ ਤਾਂ ਮਤਲਬ ਤੁਹਾਨੂੰ ਉਹਦੇ 'ਚ ਸਕਸੈਸ ਨਹੀਂ ਮਿਲ ਰਿਹਾ। ਤਾਂ ਇਹ ਦੋਨੋਂ ਆਪੋਜ਼ਿਟ ਵਰਡ ਨੇ ਜੀ। ਸਪੈਸੀਫਿਕ ਡਿਜ਼ਾਇਰਸ ਵਿਚ ਡਿਟਰਮਾਈਨ ਦ ਡਾਇਰੈਕਸ਼ਨ ਆਫ ਬਿਜ਼ਨਸ ਟੇਕਸ। ਠੀਕ ਹੈ, ਲੀਡਰ ਦੀ ਗੱਲਬਾਤ ਹੋ ਰਹੀ ਹੈ ਜੀ। ਲੀਡਰ ਕੋਲ ਕੀ ਹੁੰਦੀ, ਕੈਪੈਸਿਟੀ ਹੁੰਦੀ ਹੈ ਜੋ ਕਿ ਕੀ ਕਰਦਾ, ਇਨਫਲੂਐਂਸ ਕਰਦਾ ਦੂਸਰਿਆਂ ਨੂੰ। ਅਤੇ ਉਸ ਤੋਂ ਬਾਅਦ ਲਿਖਿਆ ਐਕਸਪੈਕਟੇਸ਼ਨ ਤੋਂ ਅੱਗੇ ਆਪਾਂ ਫਿਲਿੰਗ ਦੀ ਬਲੈਂਕ ਫਿਲ ਕਰਨੀ ਹੈ। ਸਰਚ ਕਰਦਾ ਐਕਸਪੈਕਟੇਸ਼ਨਸ ਨੂੰ, ਜਾਂ ਇਵੋਕ ਕਰਦਾ ਹੈ, ਜਾਂ ਫਿਰ ਡਿਵੈਲਪ ਕਰਦਾ ਹੈ, ਜਾਂ ਫਿਰ ਕੰਸਟਰਕਟ ਕਰਦਾ। ਇਹਦੇ ਬਾਰੇ ਗੱਲ ਕਰਾਂਗੇ। ਅਤੇ ਹੋਰ ਕੀ ਕਰਦਾ, ਇਸਟੈਬਲਿਸ਼ ਕਰਦਾ ਕੁਛ ਸਪੈਸੀਫਿਕ ਡਿਜ਼ਾਇਰਸ ਨੂੰ ਜਿਹੜੀਆਂ ਕਿ ਡਿਟਰਮਾਈਨ ਕਰਦੀਆਂ ਨੇ ਕਿਸੇ ਡਾਇਰੈਕਸ਼ਨ ਨੂੰ, ਜੋ ਕਿ ਇੱਕ ਨੈਸੈਸਿਟੀ ਹੈ ਕਿਸੇ ਵੀ ਬਿਜ਼ਨਸ ਨੂੰ ਰਨ ਕਰਨ ਵਾਸਤੇ। ਠੀਕ ਹੈ, ਇਹਦਾ ਇਹ ਮਤਲਬ ਹੈ ਜੀ। ਅਤੇ ਹੁਣ ਆਪਾਂ ਦੇਖੋ ਕਿਸੇ ਵੀ ਐਕਸਪੈਕਟੇਸ਼ਨ ਨੂੰ ਸਰਚ ਤਾਂ ਨਹੀਂ ਕਰਾਂਗੇ, ਇਹ ਤਾਂ ਸਿੰਪਲ ਜੀ ਗੱਲ ਹੈ, ਗਲਤ ਹੋ ਗਿਆ
क्योंकि तुसीं खुद सपोज करो कि तुसीं एज अ लीडर काम कर रहे हो, तुसीं अपनी टीम दे विच ना तुसीं किसी दी एक्सपैक्टेशन नूं सर्च थोड़ी ना करोगे, तुसीं सामने वाले बंदे नूं मोटिवेट करना है कि ਉਹਦੀ एक्सपैक्टेशन नूं सर्च करोगे, नहीं एक्सपैक्टेशन नूं सर्च नहीं कर सकते। चलो ਹੁਣ ਆਪਾਂ ਇਵੋਕ ਦਾ मीनिंग समझते हैं। इवोक ਦਾ मीनिंग ਹੁੰਦਾ ਵੀ ਕਿਸੇ ਦੀ ਫੀਲਿੰਗਸ ਨੂੰ ਨਾ ਤਾਜ਼ਾ ਕਰਨਾ, ਕਿਸੇ ਦੀ ਫੀਲਿੰਗਸ ਨੂੰ ਤਾਜ਼ਾ ਕਰਨਾ ਆਪਾਂ ਇਹ ਕਹਿ ਸਕਦੇ ਹਾਂ। ਜਾਂ ਫਿਰ ਐਗਜ਼ੈਕਟਲੀ ਮੈਂ ਮੀਨਿੰਗ ਦੀ ਗੱਲ ਕਰਾਂ, ਟੂ ਬ੍ਰਿੰਗ ਅ ਫੀਲਿੰਗ ਔਰ ਅ ਮੈਮਰੀ ਔਰ ਐਨ ਇਮੇਜ ਇਨਟੂ ਯੋਰ ਮਾਈਂਡ, ਤੁਹਾਡੇ ਮਾਈਂਡ ਦੇ ਵਿੱਚ ਕੋਈ ਫੀਲਿੰਗ ਜਾਂ ਕੋਈ ਮੈਮਰੀ ਕ੍ਰੀਏਟ ਕਰਨੀ ਜਾਂ ਕੋਈ ਇਮੇਜ ਕ੍ਰੀਏਟ ਕਰਨੀ। ਜਾਂ ਜਿਵੇਂ ਆਪਾਂ ਕਹਿੰਦੇ ਯਾਰ ਕਿ ਆਪਾਂ ਕੋਈ ਹੈ ਨਾ ਮਿਊਜ਼ਿਕ ਸੁਣਦੇ ਹਾਂ, ਠੀਕ ਹੈ, ਆਪਾਂ ਕਹਿੰਦੇ ਯਾਰ ਵੀ 90 ਵਾਲਾ ਮਿਊਜ਼ਿਕ ਮੈਨੂੰ ਯਾਦ ਆ ਗਿਆ, ਜਾਂ ਫਿਰ ਮੈਨੂੰ ਉਹ ਮੂਵੀ ਯਾਦ ਆ ਗਈ, ਮੈਨੂੰ ਉਹ ਦਿਨ ਯਾਦ ਆ ਗਏ ਮਿਊਜ਼ਿਕ ਸੁਣ ਕੇ। ਆਪਾਂ ਤੁਸੀਂ ਕੋਈ ਕਾਲਜ ਦਾ ਗਾਣਾ ਸੁਣ ਲਿਆ, ਠੀਕ ਹੈ, ਸ਼ਾਇਰੀ ਇਮਾਨ ਦਾ ਕੋਈ ਗਾਣਾ ਸੁਣ ਲਿਆ, ਠੀਕ ਹੈ, ਤੇ ਕਾਲਜ ਦਾ, ਤੇ ਉਹਦੇ ਵਿੱਚ ਯਾਰੀ ਗਾਣਾ ਸੁਣ ਲਿਆ ਤਾਂ ਤੁਹਾਨੂੰ ਆਪਣੀ ਕਾਲਜ ਦੀ ਯਾਦ ਆ ਗਈ, ਤਾਂ ਉਸ ਤਰੀਕੇ ਨਾਲ ਆਪਾਂ ਵਰਡ ਯੂਜ਼ ਕਰਦੇ ਹਾਂ ਇਵੋਕ। ਜਿਵੇਂ ਮੈਂ ਕਹਿ ਸਕਦਾ ਦ ਮਿਊਜ਼ਿਕ ਇਵੋਕਡ ਮੈਮਰੀਜ਼ ਆਫ ਮਾਈ ਯੂਥ ਆਫ ਮਾਈ ਕਾਲਜ, ਹੈ ਨਾ, ਉਸ ਤਰੀਕੇ ਨਾਲ। ਨੈਕਸਟ ਹੈਗਾ ਜੀ ਡੈਵਲਪ, ਨੈਕਸਟ ਹੈਗਾ ਕੰਸਟਰਕਟ, ਠੀਕ ਹੈ। ਹੁਣ ਦੇਖੋ ਡੈਵਲਪ ਤੇ ਕੰਸਟਰਕਟ ਆਪਸ ਦੇ ਵਿੱਚ ਦੋਨੋਂ ਆਲਮੋਸਟ ਸੇਮ ਮੀਨਿੰਗ ਨੇ, ਕਿਉਂਕਿ ਕੰਸਟਰਕਟ ਦਾ ਮੀਨਿੰਗ ਵੀ ਆਲਮੋਸਟ ਡੈਵਲਪ ਕਰਨਾ, ਡੈਵਲਪ ਦਾ ਮੀਨਿੰਗ ਆਲਮੋਸਟ ਡੈਵਲਪ ਕਰਨਾ, ਕੁਝ ਪ੍ਰੋਡਿਊਸ ਕਰਨਾ, ਠੀਕ ਹੈ। ਤਾਂ ਇਸ ਬਿਹਾਫ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਅਗਰ ਡੈਵਲਪ ਹੁੰਦਾ ਫਿਰ ਕੰਸਟਰਕਟ ਵੀ ਸਹੀ ਹੋ ਸਕਦਾ ਸੀਗਾ, ਠੀਕ ਹੈ। ਤਾਂ ਇਸ ਕਰਕੇ ਮੈਂ ਕਹਿੰਦਾ ਜੀ ਕੰਸਟਰਕਟ ਬਿਲਕੁਲ ਗਲਤ ਹੈ। ਹੁਣ ਆਪਾਂ ਦੇਖਦੇ ਹਾਂ ਕਿ ਇਵੋਕ ਆਏਗਾ ਜਾਂ ਡੈਵਲਪ ਆਏਗਾ। ਤਾਂ ਇਵੋਕ ਇਜ਼ ਮੋਰ ਰਿਲੇਟਿਡ ਟੂ ਫੀਲਿੰਗਸ ਔਰ ਐਕਸਪੈਕਟੇਸ਼ਨਸ ਔਰ ਇਮੇਜਿਸ ਔਰ ਮੈਮਰੀਜ਼। ਇਸ ਕਰਕੇ ਇਵੋਕ ਦਾ ਜਿਹੜਾ ਕੰਟੈਕਸਟ ਹੈ ਨਾ, ਇਵੋਕ ਦੀ ਜਿਹੜੀ ਟੋਨ ਹੈ ਉਹ ਜ਼ਿਆਦਾ ਕਲੋਜ਼ ਹੈ ਕਿਹਦੇ ਨਾਲੋਂ, ਡੈਵਲਪ ਨਾਲੋਂ। ਤੁਸੀਂ ਐਕਸਪੈਕਟੇਸ਼ਨ ਨੂੰ ਡੈਵਲਪ ਨਹੀਂ ਕਰੋਗੇ ਬਲਕਿ ਸਾਹਮਣੇ ਵਾਲੇ ਨੂੰ ਰਿਲਾਈਜ਼ ਕਰਵਾਓਗੇ। ਬੇਸਿਕਲੀ ਜਦੋਂ ਆਪਾਂ ਕਿਸੇ ਵੀ ਪੁਰਾਣੀ ਯਾਦ ਆਪਾਂ ਨੂੰ ਯਾਦ ਆਉਂਦੀ ਹੈ, ਠੀਕ ਹੈ, ਆਪਾਂ ਰਿਲਾਈਜ਼ ਹੀ ਕਰਦੇ ਨਾ ਉਸ ਚੀਜ਼ ਨੂੰ। ਤਾਂ ਇਵੋਕ ਦਾ ਮਤਲਬ ਵੀ ਉਹੀ ਹੈ, ਤੁਹਾਨੂੰ ਤੁਹਾਡੀ ਐਕਸਪੈਕਟੇਸ਼ਨ ਰਿਲਾਈਜ਼ ਕਰਵਾਊਗਾ। ਤੁਸੀਂ ਮੋਟੀਵੇਟ ਕਦੋਂ ਹੋਵੋਗੇ, ਸਾਹਮਣੇ ਵਾਲਾ ਮੋਟੀਵੇਟ ਕਦੋਂ ਕਰ ਪਾਊਗਾ, ਜਦੋਂ ਤੁਹਾਡੀ ਐਕਸਪੈਕਟੇਸ਼ਨ ਰਿਲਾਈਜ਼ ਹੋਣਗੀਆਂ ਕਿ ਹਾਂ ਇਹ ਚੀਜ਼ ਆਪਾਂ ਨੂੰ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ, ਹੈ ਨਾ। ਤਾਂ ਉਸ ਤਰੀਕੇ ਨਾਲ ਉਰੇ ਆਪਾਂ ਇਵੋਕ ਵਰਡ ਯੂਜ਼ ਕਰਾਂਗੇ। ਕਲੀਅਰ ਹੋ ਗਿਆ ਜੀ, ਬਹੁਤ ਵਧੀਆ ਕੁਐਸਚਨ ਸੀ, ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਨੈਕਸਟ 92 ਤੇ ਆ ਜਾਓ। ਸੋ ਫੌਂਡ ਆਫ ਮੈਨੀ ਐਕੁਟੈਂਸਿਸ ਕੌਮਾ ਆਈ ਡਿਜ਼ਾਇਰ ਬਲੈਂਕ ਓਨਲੀ ਅ ਫਿਊ, ਠੀਕ ਹੈ। ਫੌਂਡ ਆਫ ਦਾ ਮਤਲਬ ਕੀ ਹੈ ਜੀ, ਆਦੀ ਆ ਉਹ ਇਸ ਚੀਜ਼ ਦਾ, ਠੀਕ ਹੈ। ਐਕੁਟੈਂਸ ਦਾ ਮਤਲਬ ਕੀ ਹੁੰਦਾ ਕਿ ਕੋਈ ਇਹੋ ਜਿਹਾ ਇਨਸਾਨ ਜਿਹਦੇ ਬਾਰੇ ਤੁਹਾਨੂੰ ਨੌਲੇਜ ਹੋਵੇ, ਠੀਕ ਹੈ। ਐਕੁਟੈਂਸ ਆਪਾਂ ਉਸ ਇਨਸਾਨ ਨੂੰ, ਉਸ ਪਰਸਨ ਦੇ ਲਈ ਵੀ ਯੂਜ਼ ਕਰਦੇ ਹਾਂ ਜਿਹਦੇ ਬਾਰੇ ਤੁਹਾਨੂੰ ਨੌਲੇਜ ਹੋਵੇ, ਲੇਕਿਨ ਉਹ ਜਿਹੜੀ ਨੌਲੇਜ ਹੈ ਉਹ ਪ੍ਰੋਫੈਸ਼ਨਲ ਨੌਲੇਜ ਹੀ ਹੈ, ਠੀਕ ਹੈ। ਪ੍ਰੋਫੈਸ਼ਨਲ ਦਾ ਮਤਲਬ ਸਮਝ ਰਹੇ ਹੋ ਕਿ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਨਹੀਂ ਹੈ, ਤੁਹਾਡਾ ਬੈਸਟ ਫਰੈਂਡ ਨਹੀਂ ਹੈ, ਠੀਕ ਹੈ। ਤੁਸੀਂ ਉਹਨੂੰ ਕੰਮ ਤੋਂ ਜਾਣਦੇ ਹੋ, ਤੁਸੀਂ ਉਹਨੂੰ ਜੌਬ ਤੋਂ ਜਾਣਦੇ ਹੋ, ਜਾਂ ਤੁਸੀਂ ਉਹਨੂੰ ਬਾਹਰਲੀ ਦੁਨੀਆ ਤੋਂ ਜਾਣਦੇ ਹੋ, ਠੀਕ ਹੈ। ਕਿਸੇ ਨਾਲ ਹਾਈ ਹੈਲੋ ਹੋ ਗਈ ਤਾਂ ਉਹ ਤੁਹਾਡਾ ਇੱਕ ਐਕੁਟੈਂਸ ਹੋ ਗਿਆ, ਠੀਕ ਹੈ। ਤੇ ਐਕੁਟੈਂਸ ਆਪਾਂ ਨੌਲੇਜ ਨੂੰ ਵੀ ਕਹਿੰਦੇ ਹਾਂ, ਕਿਸੇ ਚੀਜ਼ ਦੇ ਰਿਗਾਰਡਿੰਗ ਤੁਹਾਨੂੰ ਨੌਲੇਜ ਹੈ ਨਾ, ਤਾਂ ਆਪਾਂ ਉਦੋਂ ਵੀ ਯੂਜ਼ ਕਰਦੇ ਹਾਂ। ਤੁਸੀਂ ਐਕੁਟੈਂਸ ਵਿਦ ਸੁਣਿਆ ਹੋਏਗਾ, ਠੀਕ ਹੈ, ਅਕੁਆਇੰਟਡ ਵਿਦ ਸੁਣਿਆ ਹੋਏਗਾ, ਠੀਕ ਹੈ। ਤਾਂ ਅਕੁਆਇੰਟਡ ਵਿਦ ਦਾ ਮਤਲਬ ਕੀ ਹੁੰਦਾ, ਫੈਮੀਲੀਅਰ ਵਿਦ। ਜੋ ਤੁਸੀਂ ਕਿਸੇ ਚੀਜ਼ ਦੇ ਨਾਲ ਫੈਮੀਲੀਅਰ ਹੁੰਦੇ ਹੋ, ਕਿਸੇ ਇਨਸਾਨ ਦੇ ਨਾਲ ਫੈਮੀਲੀਅਰ ਹੁੰਦੇ ਹੋ, ਠੀਕ ਹੈ। ਜਦੋਂ ਤੁਸੀਂ ਯਾਦ ਰੱਖਣਾ, ਇਹਦੇ ਨਾਲ ਆਪਾਂ ਵਿਦ ਯੂਜ਼ ਕਰਦੇ ਹਾਂ ਜਦੋਂ ਇਹ ਵਰਬ ਦੀ ਫਾਰਮ 'ਚ ਹੁੰਦਾ। ਤਾਂ ਉਹ ਕੀ ਕਹਿ ਰਿਹਾ, ਦ ਫੌਂਡ ਆਫ ਮੈਨੀ ਐਕੁਟੈਂਸਿਸ ਕੌਮਾ ਆਈ ਡਿਜ਼ਾਇਰ ਬਲੈਂਕ ਓਨਲੀ ਵਿਦ ਅ ਫਿਊ, ਠੀਕ ਹੈ। ਕਿ ਫੌਂਡ ਦਾ ਮਤਲਬ ਉਹਨੂੰ ਮਤਲਬ ਕੀ ਕਹਿੰਦੇ ਉਹਦੀ ਹੌਬੀ ਹੈ ਜਾਂ ਫਿਰ ਉਹਨੂੰ ਅੱਛਾ ਲੱਗਦਾ ਨਾ ਵੀ ਬਹੁਤ ਸਾਰੇ ਲੋਕਾਂ ਨੂੰ ਮਿਲਣਾ, ਲੇਕਿਨ ਕੀ ਕਰਦਾ ਜਿਹੜੀ ਡਿਜ਼ਾਇਰ ਹੈ ਇੰਟੀਮੇਟ ਹੋਣ ਦੀ ਡਿਜ਼ਾਇਰ ਹੈ ਜਿਹੜੀ, ਠੀਕ ਹੈ, ਉਹ ਬਹੁਤ ਘੱਟ ਲੋਕਾਂ ਨਾਲ ਹੈ। ਚਲੋ ਹੁਣ ਦੇਖੋ ਇਹਦਾ ਮਤਲਬ ਕੀ ਹੈ। ਇੰਟੀਮੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ, ਆਨਸਰ ਆਏਗਾ। ਇੰਟਰੋਡਕਸ਼ਨ ਗਲਤ ਹੈ ਜੀ, ਇੰਟਰੋਡਕਸ਼ਨ ਬਿਲਕੁਲ ਗਲਤ ਹੋਏਗਾ। ਹੁਣ ਆਪਾਂ ਇਹ ਗੱਲ ਕਰਦੇ ਹਾਂ ਕੋਆਰਡੀਨੇਟੀ ਕਿੱਥੋਂ ਬਣਿਆ ਵਰਡ, ਕੋਆਰਡੀਨੈਂਸ। ਕੋਆਰਡੀਨੈਂਸ ਦਾ ਮਤਲਬ ਕੋਆਰਡੀਨੇਟ ਤੁਸੀਂ ਸੁਣਿਆ ਹੋਏਗਾ ਵਰਡ। ਕੋਆਰਡੀਨੇਟ ਦਾ ਮਤਲਬ ਵੀ ਫਰੈਂਡਲੀ ਹੋ ਸਕਦਾ, ਲੇਕਿਨ ਇਹ ਉਸ ਤਰੀਕੇ ਦਾ ਫਰੈਂਡਲੀ ਹੈ ਜਦੋਂ ਆਪਾਂ ਗ੍ਰੀਟਿੰਗਸ ਦੀ ਗੱਲ ਕਰਦੇ ਹਾਂ, ਠੀਕ ਹੈ। ਜਿਵੇਂ ਹੀ ਗ੍ਰੀਟਡ ਵਿਦ ਮੀ ਕੋਆਰਡੀਨੇਟੀ, ਹੈ ਨਾ, ਆਪਾਂ ਇਸ ਤਰੀਕੇ ਨਾਲ ਕਹਿ ਸਕਦੇ ਹਾਂ। ਵੈਨ ਯੂ ਆਰ ਬੀਇੰਗ ਫੈਮੀਲੀਅਰ ਵਾਈਲ ਗ੍ਰੀਟਿੰਗ ਸਮਬਡੀ, ਆਪਾਂ ਉਦੋਂ ਇਹ ਕੁਆਲਿਟੀ ਦਾ ਵਰਡ ਯੂਜ਼ ਕਰਦੇ ਹਾਂ। ਤਾਂ ਆਪਾਂ ਇਹ ਵਰਡ ਉਰੇ ਯੂਜ਼ ਨਹੀਂ ਕਰਾਂਗੇ ਕਿਉਂਕਿ ਉਰੇ ਆਪਾਂ ਕਿਸੇ ਗ੍ਰੀਟਿੰਗ ਦੀ ਗੱਲ ਨਹੀਂ ਕਰ ਰਹੇ, ਹੈ ਨਾ, ਉਸ ਤਰੀਕੇ ਦੀ ਗੱਲ ਨਹੀਂ ਕਰ ਰਹੇ। ਇਨਕਾਊਂਟਰ ਦੀ ਗੱਲ ਵੀ ਨਹੀਂ ਕਰਾਂਗੇ। ਇਨਕਾਊਂਟਰ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਐਕਸਪੀਰੀਅੰਸ ਕਰਨਾ, ਜਿਵੇਂ ਹੀ ਇਨਕਾਊਂਟਰਡ ਮੈਨੀ ਡਿਫੀਕਲਟੀਜ਼ ਵਾਈਲ ਡਿਊਰਿੰਗ ਹਿਜ਼ ਕਾਲਜ ਲਾਈਫ, ਹੈ ਨਾ। ਤਾਂ ਆਪਾਂ ਇਨਕਾਊਂਟਰ ਵਰਡ ਯੂਜ਼ ਨਹੀਂ ਕਰਾਂਗੇ। ਤਾਂ ਉਹ ਕਹਿ ਰਿਹਾ ਕਿ ਜਿਹੜੀ ਮੇਰੀ ਡਿਜ਼ਾਇਰ ਹੈ ਨਾ, ਠੀਕ ਹੈ, ਉਹ ਬਹੁਤ ਮਤਲਬ ਜਿਹੜੀ ਇੰਟੀਮੇਟ ਹੋਣ ਦੀ, ਇੰਟੀਮੇਟ ਦਾ ਮਤਲਬ ਵੀ ਕੀ ਹੁੰਦਾ, ਤੁਸੀਂ ਇੰਟੀਮੇਸੀ ਬਹੁਤ ਸਾਰੀ ਮੂਵੀਜ਼ ਦੇ ਵਿੱਚ ਵਰਡ ਸੁਣਿਆ ਹੋਵੇਗਾ ਨਾ। ਇੰਟੀਮੇਸੀ ਦਾ ਮਤਲਬ ਹੁੰਦਾ ਕਲੋਜ਼ ਆਉਣਾ, ਠੀਕ ਹੈ, ਕਲੋਜ਼ਨੈਸ ਕਹਿ ਸਕਦੇ ਹਾਂ। ਕਲੋਜ਼ਨੈਸ ਦਾ ਮਤਲਬ ਵੀ ਕੀ ਹੁੰਦਾ, ਫੈਮੀਲੀਅਰ, ਟੂ ਗੈਟ ਫੈਮੀਲੀਅਰ, ਠੀਕ ਹੈ। ਇਸ ਕਰਕੇ ਆਪਾਂ ਜਿਹੜਾ ਵਰਡ ਯੂਜ਼ ਕਰ ਲਾਂਗੇ ਸੀ ਯੂਜ਼ ਕਰ ਲਾਂਗੇ, ਠੀਕ ਹੈ ਜੀ। ਤਾਂ ਬਹੁਤ ਈਜ਼ੀ ਸੀਗਾ ਇਹ ਵਾਲਾ, ਤੁਹਾਨੂੰ ਪੜ੍ਹ ਕੇ ਸਮਝ ਆ ਜਾਏਗਾ। ਕੁਝ ਵੋਕੈਬਲਰੀ ਦੇ ਵਰਡਸ ਇਸ ਤਰੀਕੇ ਦੇ ਹੁੰਦੇ ਨੇ, ਤੁਹਾਨੂੰ ਕੰਟੈਕਸਟ ਪੜ੍ਹ ਕੇ ਸਮਝ ਆ ਜਾਂਦਾ ਵੀ ਇੰਟੀਮੇਸੀ ਵਰਡ ਯੂਜ਼ ਹੋਏਗਾ। ਚਲੋ ਅੱਗੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈਗਾ ਜੀ 93, ਔਰ ਆਪਾਂ ਕੀ ਕਰਨਾ ਹੈ, ਸਪੈਲਿੰਗ ਐਰਰਸ ਨੇ, ਸਪੈਲਿੰਗ ਦੇਖਣੇ ਨੇ। ਅਕੋਮੋਡੇਟਰ ਦੇ ਸਪੈਲਿੰਗ ਹੁੰਦੇ ਨੇ ACCOMMO ਹੁੰਦਾ ਜੀ। ਪਹਿਲੇ ਵਾਲੇ 'ਚ ਤਾਂ ਨਹੀਂ ਹੈਗਾ, ਸਿੰਗਲ M ਹੈ। ਦੂਸਰੇ ਵਾਲੇ ਦੇਖੋ ACC ਹੁੰਦਾ, ਗਲਤ ਹੈ। ਥਰਡ ਵਾਲੇ ਦੇਖੋ ACCOMMODAT, ਠੀਕ ਹੈ, ਇਹ ਸਹੀ ਹੈ ਜੀ, ਅਕੋਮੋਡੇਟ।
ਤਾਂ ਇਹ ਡੀ ਗਲਤ ਹੋ ਗਿਆ। ਅਕੋਮੋਡੇਟ ਦਾ ਮਤਲਬ ਹੁੰਦਾ ਕਿਸੇ ਟੂ ਮੇਕ ਸਮਬਡੀ ਅਵੇਲੇਬਲ, ਟੂ ਮੇਕ ਰੂਮਸ ਅਵੇਲੇਬਲ ਫॉर ਸਮਬਡੀ, ਟੂ ਮੇਕ ਅ ਪਲੇਸ ਅਵੇਲੇਬਲ ਫॉर ਸਮਬਡੀ ਵੇਅਰ ਹੀ ਕੈਨ ਸਲੀਪ, ਸਿਟ ਔਰ यूज़ दैट प्लेस, राइट। चलो जी अगे चलते हैं। नैक्सट है सिमेट्रिकल, ठीक है, SYMMETRICAL, ठीक है। तो ये SYMM नहीं है, पहले गलत हो गया। दूसरा SYMMETRICAL, तो बी सही है जी, बाकी देखने की लोड़ ही नहीं है। सिमेट्री का मतलब की होंगे सेम साइज सेम शेप के कोई चीज़ हो ना, जिमें आप किसी चीज़ को दो पार्ट्स से डिवाइड करते, जिमें अपनी बॉडी है, जिमें लैफ्ट साइड से उमें राइट साइड से, तो सिमेट्री के आप कह सकते हैं, ठीक है। नैक्सट एक ग्रामर के क्वेश्चन ने जी, रवि हैज़ लैफ्ट वैन आई रीच्ड होम। देखो आई रीच्ड होम का मतलब पास्ट की गल हो रही है, तो जोड़ा ये वाला एक्शन है ये वो घर छड्डन तो पहला हो गया सी। सपोज करो उन्हें घर मतलब छड्डन का मतलब घर तो बाहर जान दा, सॉरी रीच का मतलब की है पहुँचन का, सॉरी, ठीक है। और की लिखा है रवि हैज़ लैफ्ट होम वैन आई रीच्ड होम। सपोज करो तुम 5 बजे घर पहुँचे, तो यह मतलब ये एक्शन 5 बजे कंप्लीट हो चुका सी। 5 बजे कंप्लीट का मतलब की है, अच्छा 5 हमारे लिए अपने लिए पास्ट है, प्रेजेंट है, पास्ट है, किमें पता चलिया सेकंड फॉर्म लिखी हुई है, तो यह मतलब 5 बजे तो पहला ही काम पूरा हो गया सी, तो आप यूज़ कर लेंगे पास्ट परफेक्ट। जो आप पास्ट के किसी दो एक्शन तो एक एक्शन तो पहला दूसरा एक्शन दिखाना हो भी हाँ इस पॉइंट तो पहला ही एक्शन कंप्लीट हो गया सीगा, तो आप यूज़ करते हैं जी पास्ट परफेक्ट, ठीक है। डिटेल के टेंस पे तुम देख सकते हो वीडियोज़ के, ठीक है। तो आप यूज़ कर लेंगे बी हैड लैफ्ट। नैक्सट है जी अनिल कुड रीच्ड बाय नाउ इफ ही हैड गॉन बाय टैक्सी। तो ये पहला ऑप्शन गलत है, दूसरा ऑप्शन गलत है, तीसरा ऑप्शन गलत है, डी ऑप्शन आएगा। कुड हैव रीच का मतलब की है पहुंचा नहीं लेकिन पहुंच सकता सीगा, ठीक है। ये मॉडल्स का कंसैप्ट है, आप डिटेल के कदे पढ़ांगे इनू लैक्चर के, ठीक है। नैक्सट है जी इच ऑफ द क्वेश्चन रिलेटेड पेयर्स सिलेक्ट द वर्ड्स एक्सप्रेस द रिलेशनशिप देखना आप, ठीक है। एडमायरेशन का रिलेशनशिप है हैप्पीनैस नाल, मतलब एडमायरेशन उन्होंने कनैक्ट किया हैप्पीनैस नू, मैडिसिन के नाल कनैक्ट करना किनू आएगा। सब तो पहला आप देखा एडमायरेशन तो हैप्पीनैस के रिलेशन की है, किमें करने होंगे इस क्वेश्चन ध्यान नाल समझ लो। इन्होंने दोनों के रिलेशन लभो की है, यदा मतलब रिलेशन की ये रिजल्ट है एक दूसरे का, है ना। अगर कॉज एंड इफेक्ट कह सकते हैं आप, यदा आप कह सकते हैं एडमायरेशन रिजल्ट्स इनटू हैप्पीनैस, आप ये कह सकते हैं। या फिर आप ये कह सकते हैं एडमायरेशन कॉजेज, एक कॉज एंड इफेक्ट में दसिया, कॉज भी कह सकते हैं, कॉजेज हैप्पीनैस। या फिर एडमायरेशन आप और की कह सकते हैं लीड्स इनटू हैप्पीनैस, कुछ भी कह सकते हैं। तो मैडिसिन की करती है, मैडिसिन थैरेपी करती है, वीकनेस करती है, ट्रीटमेंट करती है नहीं, मैडिसिन हील करती है अपनी बॉडी को, ठीक है। तो मैडिसिन रिलेशन किया जाएगा हीलिंग, कॉज एंड इफेक्ट वाला, ठीक है। तुम मैडिसिन लेती तो थोड़ा हील होएगी बॉडी थोड़ी, ठीक है, हीलिंग मिलेगी थोड़ा, तो वो चीज़ है। नैक्सट है जी सिंगर चोर, ठीक है। नैक्सट है चॉकलेट, हम देखना सिंगर तो चोर के की रिलेशन है। मैं थोड़ा कहा चोर कंसिस्ट ऑफ सिंगर्स, ठीक है। जिमें मैं कहा अ क्लास कंसिस्ट ऑफ स्टूडेंट्स, कलैक्टिव नाउन ने तुसीं पढ़िया होगा। क्लास का की बनता, स्टूडेंट्स बनता है, चोर का की बनता है, सिंगर्स बनता है, बैंड ऑफ सिंगर्स भी कहने आप, ठीक है। तो ग्रुप ऑफ सिंगर्स भी कह सकते हैं, एन आर्मी ऑफ सोल्जर्स, ठीक है। अ क्लास ऑफ स्टूडेंट्स, ठीक है। अ शोल ऑफ फिश, ठीक है। अ बंच ऑफ फ्लावर्स, अ बंच ऑफ कीज। सिमिलरली, ठीक है, जो चॉकलेट है, ठीक है, वो रिलेशन कि स्वीट के नाल, डेजर्ट के नाल, चिल्ड्रन के नाल। ये क्वेश्चन थोड़ा ट्रिकी है, चिल्ड्रन तो बिल्कुल नहीं हो सकता, ठीक है। हुण डेजर्ट तो स्वीट भी नहीं हो सकते, पता है क्यों? क्योंकि डेजर्ट तो स्वीट तो जरूरी नहीं है कि चॉकलेट ही बनेगा, होर भी बहुत कुछ बन सकता है। हुण स्वीट से जरूरी है कि चॉकलेट आएगा, क्या डेजर्ट के जरूरी है चॉकलेट? कोई आइसक्रीम भी तो आ सकती है ना, कोई क्रीम आ सकती है, कोई फ्रूट आ सकता है, कुछ भी आ सकता है, स्वीट से फ्रूट भी आ सकता है, ठीक है। तो जो चॉकलेट है ना किस तो बनता बार, तो ध्यान रखना बार ऑफ चॉकलेट होंगे जी, बार ऑफ चॉकलेट, ठीक है। अब बार ऑफ सोप भी होंगे, ठीक है, जी आप साबन यूज़ करते हैं वो भी आप बार वर्ड यूज़ करते हैं। तो चॉकलेट बार तुम सुनिया होगा ना, मिल्की बार तो तुम सुनिया होगा, मिल्की बार चॉकलेट बार ही होंगी है। नैक्सट आ जाओ, बी ऑप्शन आएगा। नैक्सट आ जाओ, आई हैव कम टू नो ऑफ योर होल एंड कॉर्नर मैथड्स ऑफ डीलिंग विद पीपल। देखो होल एंड कॉर्नर मैथड ਜਿਹੜੇ ਹੁੰਦੇ ਨੇ ਔਰ ਇਹਨਾਂ ਨੇ ਬੜੀ ਜਿਹੜਾ ਟਿਕਲਾ ਸਪੀਸੀਅਸ ਨੇ, ਜਿਹੜਾ ਇਹਦਾ ਆंसर ਆएगा सीक्रेट आएगा, ठीक है। होल एंड कॉर्नर तो ਤੁਹਾਨੂੰ समझ आ रहा होगा दैट समथिंग इज सीक्रेट, ठीक है। ਜਿਹੜੇ सीक्रेट मैथड्स ने, ठीक है जी, बहुत ईजी सीगा, आई होप ਤੁਹਾਨੂੰ समझ आ जाएगा। नेक्स्ट आ जाओ, हरास्ड बाय रिपीटेड एक्ट्स ऑफ इनजस्टिस ही डिसाइडेड टू पुट हिज फुट डाउन, ठीक है। पुट हिज फुट डाउन का मतलब होंगे
ਜਦੋਂ ਤੁਸੀਂ ਆਪਣੀ ਅਥਾਰਟੀ ਨੂੰ ਯੂਜ਼ ਕਰਦੇ ਹੋ, ਠੀਕ ਹੈ, ਤੇ ਕੋਈ ਡਿਸੀਜਨ ਲੈਂਦੇ ਹੋ ਵੀ ਮੈਂ ਇਹ ਕੰਮ ਕਰੂੰਗਾ ਜਾਂ ਕਿਸੇ ਚੀਜ਼ ਨੂੰ ਰੋਕਦੇ ਹੋ, ਆਪਣੀ ਅਥਾਰਟੀ ਨੂੰ ਯੂਜ਼ ਕਰਕੇ ਕਿਸੇ ਚੀਜ਼ ਨੂੰ ਤੁਸੀਂ ਰੋਕ ਦਿੰਦੇ ਹੋ, ਠੀਕ ਹੈ। ਹੁਣ ਅਥਾਰਟੀ ਦਾ ਮਤਲਬ ਇਹ ਨਹੀਂ ਵੀ ਤੁਸੀਂ ਆਫੀਸਰ ਹੀ ਹੋ ਜਾਂ ਤੁਸੀਂ ਜੱਜ ਲੱਗੇ ਹੋ ਜਾਂ ਫਿਰ ਹੈ ਨਾ ਵੀ ਉਸ ਤਰੀਕੇ ਨਾਲ ਤੁਸੀਂ ਸੋਚੋ ਯਾਰ ਵੀ ਮੈਂ ਕੋਈ ਆਫੀਸਰ ਪੋਸਟ 'ਤੇ ਬੈਠਾ, ਉਸ ਤਰੀਕੇ ਨਹੀਂ। ਅਥਾਰਟੀ ਦਾ ਮਤਲਬ ਕੀ ਹੈ ਕਿ ਜਿਹੜੀ ਤੁਹਾਡੀ ਪਾਵਰ ਹੈ, ਠੀਕ ਹੈ। ਹੁਣ ਕੋਈ ਇਨਸਾਨ ਹੈ ਮੈਨੂੰ ਬਾਰ-ਬਾਰ ਤੰਗ ਕਰੀ ਜਾਂਦਾ, ਤਾਂ ਮੈਂ ਆਪਣੀ ਅਥਾਰਟੀ ਦਾ ਮਤਲਬ ਕੀ ਹੈ, ਮੈਂ ਖੁਦ ਡਿਸੀਜਨ ਲੈ ਸਕਦਾ ਯਾਰ ਕਿ ਹੁਣ ਮੈਂ ਇਹਨੂੰ ਰੋਕੂੰਗਾ, ਠੀਕ ਹੈ। ਤਾਂ ਉਹ ਚੀਜ਼ ਕਹੀ ਗਈ ਹੈ ਸੈਂਟੈਂਸ ਦੇ ਵਿੱਚ। ਬਹੁਤ ਅੱਛਾ ਸੈਂਟੈਂਸ ਹੈ, ਪੰਜਾਬ ਦੇ ਪੇਪਰ ਕਈ ਵਾਰ ਵਧੀਆ ਸੈਂਟੈਂਸਿਸ ਪੁੱਛ ਲੈਂਦੇ ਨੇ, ਠੀਕ ਹੈ। ਆਪਾਂ ਮੀਨਿੰਗਸ ਵਗੈਰਾ ਯਾਦ ਕਰ ਲੈਂਦੇ, ਆਨਸਰ ਯਾਦ ਕਰ ਲੈਂਦੇ, ਲੇਕਿਨ ਬਹੁਤ ਡੀਪ ਦੇ ਵਿੱਚ ਨੇ ਸੈਂਟੈਂਸਿਸ। ਹਰਾਸਡ ਬਾय द रिपीटेड वर्ड ऑफ इनजस्टिस ही डिसाइडेड टू पुट डाउन हिज फुट डाउन। पुट हिज फुट डाउन ਦਾ ਮਤਲਬ ਕੀ ਹੈ ਕਿ ਉਹਨੇ ਸੋਚ ਲਿਆ ਯਾਰ ਕਿ ਮੈਂ ਹੁਣ ਇਹਦਾ ਵਿਰੋਧ ਕਰੂੰਗਾ, ਠੀਕ ਹੈ। ਵੀ ਵਿਰੋਧ ਦਾ ਮਤਲਬ ਕੀ ਹੈ, ਵਿਦਡਰਾ ਬਿਲਕੁਲ ਗਲਤ, ਠੀਕ ਹੈ। ਰਿਵਰਟ ਗਲਤ, ਠੀਕ ਹੈ। ਰਿਜ਼ਾਈਨ ਨੋਟ ਟੂ ਯੀਲਡ। ਰਿਜ਼ਾਈਨ ਦਾ ਮਤਲਬ ਪਤਾ ਕੀ ਹੁੰਦਾ? ਰਿਜ਼ਾਈਨ ਦਾ ਮਤਲਬ ਇੱਕ ਤਾਂ ਹੁੰਦਾ ਵੀ ਰਿਜ਼ਾਈਨ ਦੇ ਦੇਣਾ, ਹੈ ਨਾ, ਵੀ ਅਸਤੀਫਾ ਦੇ ਦੇਣਾ, ਉਹ ਮਤਲਬ ਨਹੀਂ ਹੁੰਦਾ ਰਿਜ਼ਾਈਨ ਦਾ। ਮਤਲਬ ਉਹ ਵੀ ਹੁੰਦਾ, ਇੱਕ ਉਰੇ ਹੋਰ ਮਤਲਬ ਹੁੰਦਾ ਰਿਜ਼ਾਈਨ ਦਾ, ਤੁਸੀਂ ਸਮਝੋ। ਰਿਜ਼ਾਈਨ ਦਾ ਇੱਕ ਹੋਰ ਮਤਲਬ ਹੁੰਦਾ, ਰਿਜ਼ਾਈਨ ਦਾ ਮਤਲਬ ਹੁੰਦਾ ਟੂ ਸਰੈਂਡਰ, ਕਿ ਜਦੋਂ ਤੁਸੀਂ ਸਰੈਂਡਰ ਕਰ ਦਿੰਦੇ ਹੋ, ਠੀਕ ਹੈ। ਇਹ ਬਹੁਤ ਵਾਰ ਐਸਐਸਸੀ ਦਾ ਫੇਵਰੇਟ ਕੁਐਸਚਨ ਹੈ ਜੀ। ਮੈਂ ਐਸਐਸਸੀ ਨੂੰ ਵੀ ਪੜ੍ਹਾਉਣਾ, ਤਾਂ ਐਸਐਸਸੀ ਦੇ ਐਗਜ਼ਾਮ ਦੇ ਵਿੱਚ ਬਹੁਤ ਵਾਰ ਆਇਆ ਕੁਐਸਚਨ। ਜਿਵੇਂ ਮੈਂ ਕਹਾਂ ਹੀ ਰਿਜ਼ਾਈਨਡ ਹਿਮਸੈਲਫ ਟੂ ਹਿਜ਼ ਫੇਟ। ਇਹਦਾ ਮਤਲਬ ਪਤਾ ਕੀ ਸਮਝਦੇ ਤੁਸੀਂ? ਵੀ ਉਹਨੇ ਆਪਣੀ ਕਿਸਮਤ ਦੇ ਅੱਗੇ ਹਾਰ ਮੰਨ ਲਈ ਯਾਰ, ਠੀਕ ਹੈ, ਕਿ ਉਹਨੇ ਬਹੁਤ ਸਾਰੀ ਕੋਸ਼ਿਸ਼ ਕੀਤੀ ਲੇਕਿਨ ਉਹਦੀ ਕਿਸਮਤ ਨੇ ਉਹਨੂੰ ਅੱਗੇ ਨਹੀਂ ਵਧਣ ਦਿੱਤਾ, ਜਾਂ ਫਿਰ ਆਪਾਂ ਨੂੰ ਬਹੁਤ ਸਾਰੀ ਡਿਫੀਕਲਟੀਜ਼ ਆਈਆਂ ਲਈ ਉਹਨੇ ਹਾਰ ਮੰਨ ਲਈ। ਤਾਂ ਰਿਜ਼ਾਈਨ ਦੇ ਬਾਅਦ ਹਿਮਸੈਲਫ ਨਹੀਂ ਲਿਖਿਆ ਹੁੰਦਾ, ਪੇਪਰ ਦੇ ਵਿੱਚ ਇਹ ਗਲਤੀ ਆਉਂਦੀ ਹੈ। ਕੀ ਲਿਖਿਆ ਹੁੰਦਾ? ਹੀ ਰਿਜ਼ਾਈਨ ਟੂ ਹਿਜ਼ ਫੇਟ, ਸੌਰੀ, ਫੇਟ ਦਾ ਮਤਲਬ ਕਿਸਮਤ, ਠੀਕ ਹੈ। ਤਾਂ ਰਿਜ਼ਾਈਨ ਦਾ ਮਤਲਬ ਇਹ ਹੈ। ਤਾਂ ਜਦੋਂ ਤੁਸੀਂ ਇਹਦਾ ਮਤਲਬ ਰਿਜ਼ਾਈਨ ਕਹੋਗੇ, ਨਹੀਂ ਸਰੈਂਡਰ ਤਾਂ ਨਹੀਂ ਕੀਤਾ, ਬਲਕਿ ਉਹਨੇ ਸਰੈਂਡਰ ਨਹੀਂ ਕੀਤਾ, ਤਾਂ ਯੀਲਡ ਦਾ ਮਤਲਬ ਵੀ ਸਰੈਂਡਰ ਹੁੰਦਾ ਹੈ, ਵੀ ਤੁਸੀਂ ਧਿਆਨ ਰੱਖਣਾ। ਇਹ ਮੈਂ ਪੰਜਾਬ ਪਟਵਾਰੀ ਦਾ ਜਿਹੜਾ ਪੇਪਰ ਉਹ ਵੀ ਡਿਸਕਸ ਕੀਤਾ ਹੋਇਆ ਹੈ, ਠੀਕ ਹੈ। ਤੁਸੀਂ ਇਹੀ ਪਲੇਲਿਸਟ ਦੇ ਵਿੱਚ ਦੇਖੋਗੇ, ਤਾਂ ਪਲੇਲਿਸਟ ਪੇਜ 'ਤੇ ਜਾਓਗੇ ਤੁਸੀਂ, ਉਹਦੇ 'ਚ ਦੇਖੋਗੇ ਐਗਜ਼ਾਮ ਐਨਾਲਿਸਿਸ ਦੇ ਵਿੱਚ ਪਟਵਾਰੀ ਦਾ, ਕੋਆਪਰੇਟਿਵ ਦਾ ਸਾਰੇ ਪੇਪਰ ਆਪਾਂ ਡਿਸਕਸ ਕੀਤੇ ਨੇ, ਤੁਸੀਂ ਉੱਥੇ ਦੇਖ ਸਕਦੇ ਹੋ। ਤਾਂ ਨੋਟ ਟੂ ਯੀਲਡ ਦਾ ਮਤਲਬ ਕੀ ਹੈ ਜੀ? ਵੀ ਉਹਨੇ ਮਤਲਬ ਸਰੈਂਡਰ ਕਰਨ ਤੋਂ ਮਨਾ ਕਰਤਾ, ਠੀਕ ਹੈ, ਕਿ ਮੈਂ ਮਤਲਬ ਸਰੈਂਡਰ ਨਹੀਂ ਕਰੂੰਗਾ। ਆਈ ਹੋਪ ਤੁਹਾਨੂੰ ਇਹ ਕੁਐਸਚਨ ਸਮਝ ਆਏ ਹੋਣਗੇ। ਅਤੇ ਲਾਸਟ ਇੱਕ ਵਰਡ ਮੈਨੂੰ ਹੋਰ ਉਹਦੇ ਦਿਖ ਰਿਹਾ, ਰਿਵਰਟ, ਠੀਕ ਹੈ। ਚਲੋ ਮੈਂ ਰਿਵਰਟ ਵਰਡ ਵੀ ਡਿਸਕਸ ਕਰ ਲੈਣਾ। ਰਿਵਰਟ ਵਰਡ ਬਹੁਤ ਮਤਲਬ ਮਿਸਇੰਟਰਪ੍ਰੇਟ ਕੀਤਾ ਜਾਂਦਾ, ਬਹੁਤ ਗਲਤ ਤਰੀਕੇ ਨਾਲ ਯੂਜ਼ ਕੀਤਾ ਜਾਂਦਾ, ਤਾਂ ਮੈਂ ਡਿਸਕਸ ਕਰ ਲੈਣਾ। ਤੁਸੀਂ ਆਪਾਂ ਜਾਂ ਫਿਰ ਅਕਸਰ ਆਪਾਂ ਕਹਿੰਦੇ ਹਾਂ ਵੀ ਰਿਵਰਟ ਟੂ ਮਾਈ ਮੇਲ, ਹੈ ਨਾ, ਆਪਾਂ ਅਕਸਰ ਇਹ ਚੀਜ਼ ਕਹਿੰਦੇ ਹਾਂ ਵੀ ਰਿਵਰਟ ਕਰ ਦਿਓ ਬਈ ਮੇਲ ਦੀ, ਹੈ ਨਾ। ਤੁਸੀਂ ਈਮੇਲ ਭੇਜਦੇ ਕਿਸੇ ਨੂੰ, ਤਾਂ ਤੁਸੀਂ ਉਹਨੂੰ ਕਹਿੰਦੇ ਹੋ ਰਿਵਰਟ ਕਰ ਦਿਓ, ਤਾਂ ਇੱਕ ਵਰਡ ਗਲਤ ਹੈ, ਠੀਕ ਹੈ। ਪਹਿਲਾਂ ਤਾਂ ਤੁਹਾਨੂੰ ਮੈਂ ਜਦੋਂ ਵਰਡ ਸਿਖਾਉਣਾ, ਰਿਵਰਟ ਵੋਕੈਬਲਰੀ ਦੀ ਕਲਾਸਿਸ ਵੀ ਪਈਆਂ ਨੇ, ਤੁਸੀਂ ਉਹ ਵੀ ਦੇਖ ਸਕਦੇ ਹੋ। ਵਰਡ ਇੱਕ ਰੂਟ ਵਰਡ ਹੈ ਜਿਹਦਾ ਮਤਲਬ ਹੁੰਦਾ ਟੂ ਟਰਨ, ਮਤਲਬ ਕੀ ਹੁੰਦਾ ਟਰਨ, ਔਰ ਰੀ ਦਾ ਮਤਲਬ ਹੁੰਦਾ ਬੈਕ। ਰੀ ਦਾ ਮਤਲਬ ਕੀ ਹੁੰਦਾ? ਬੈਕ। ਤਾਂ ਇਹਦਾ ਮਤਲਬ ਕੀ ਹੋ ਗਿਆ? ਟਰਨ ਬੈਕ, ਠੀਕ ਹੈ। ਰਿਵਰਟ ਤੋਂ ਬਹੁਤ ਸਾਰੇ ਵਰਡ ਬਣਦੇ ਨੇ। ਕਨਵਰਟ ਦਾ ਮਤਲਬ ਵੀ ਕੀ ਹੁੰਦਾ? ਟਰਨ ਕਰਨਾ, ਠੀਕ ਹੈ। ਤਾਂ ਆਪਾਂ ਵੋਕੈਬਲਰੀ ਕਦੇ ਪੜਾਂਗੇ, ਠੀਕ ਹੈ, ਉਹ ਵੀ ਜਲਦੀ ਵੀਡੀਓਜ਼ ਆਉਣਗੀਆਂ, ਚੈਨਲ ਨਾਲ ਬਣੇ ਰਹੋ, ਠੀਕ ਹੈ। ਅਤੇ ਜਿਹੜਾ ਰਿਵਰਟ ਵਰਡ ਹੈ ਤੁਹਾਨੂੰ ਸਮਝ ਆ ਗਿਆ? ਰਿਵਰਟ ਦਾ ਮਤਲਬ ਦਾ ਕੀ ਹੋ ਗਿਆ? ਟਰਨ ਬੈਕ। ਇਹਦਾ ਮਤਲਬ ਪਤਾ ਕੀ ਹੈ? ਤੁਸੀਂ ਸਪੋਜ਼ ਕਰੋ ਕੁਛ ਲਿਖ ਕੇ ਭੇਜਤਾ ABCD, ਠੀਕ ਹੈ, ਇੱਕ ਬੰਦੇ ਕਿਸੇ ਨੂੰ ਲਿਖ ਕੇ ਭੇਜਤਾ, ਜਦੋਂ ਤੁਸੀਂ ਕਹਿ ਰਹੇ ਹੋ ਨਾ ਰਿਵਰਟ ਕਰੋ, ਰਿਵਰਟ ਦਾ ਮਤਲਬ ਕੀ ਹੈ? ਤੁਸੀਂ ਇਹਨੂੰ ਹੀ ਕਾਪੀ ਪੇਸਟ ਕਰਕੇ ਇਹਨੂੰ ਵਾਪਸ ਭੇਜ ਦਿਓ, ਉਹਦਾ ਮਤਲਬ ਇਹ ਹੋ ਗਿਆ, ਠੀਕ ਹੈ। ਤਾਂ ਇਹ ਗਲਤ ਹੈ ਜੀ। ਰਿਵਰਟ ਟੂ ਮਾਈ ਮੇਲ ਨਹੀਂ ਹੋਊਗਾ, ਉਹਦਾ ਹੋਊਗਾ ਆਪਾਂ ਕੀ ਕਹਾਂਗੇ? ਰਿਪਲਾਈ ਟੂ ਮਾਈ ਮੇਲ। ਰਿਪਲਾਈ ਕਰ ਬਈ ਉਹਦਾ, ਰਿਵਰਟ ਨਾ ਕਰ ਉਹਨੂੰ, ਠੀਕ ਹੈ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ। ਫਿਰ ਵੀ ਇੱਕ ਅੱਧਾ ਵਰਡ ਜਾਂ ਫਿਰ ਤੁਹਾਨੂੰ ਇੱਕ ਅੱਧਾ ਕੁਐਸਚਨ ਨਹੀਂ ਸਮਝ ਆਇਆ ਜਾਂ ਫਿਰ ਕੁਛ ਵੀ ਚੀਜ਼ ਹੋਰ ਨਹੀਂ ਸਮਝ ਆਈ, ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਤੇ ਜ਼ਰੂਰ ਆਪਣਾ ਫੀਡਬੈਕ ਦਿਓ, ਠੀਕ ਹੈ। ਅਤੇ ਇਸ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ ਤਾਂ ਕਿ ਇਹ ਚੈਨਲ ਅੱਗੇ ਤੋਂ ਅੱਗੇ ਵਧੇ, ਠੀਕ ਹੈ। Thanks for watching. Subscribe for upcoming videos on English language. Thank you. Bye bye. Take care.